ਸਾਹਿਬ ਜੀ ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਭਇਆ। ਪਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਪਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਨਿਮਾਣਿਆਂ ਨੂੰ ਮਾਣ, ਬੇਸਮਝਾਂ ਨੂੰ ਸਮਝ, ਸੂਝ ਬੂਝ ਅੰਧਕਾਰ, ਡਾਰਕਨੈਸ ਮਨ ਦੇ ਹਨੇਰੇ ਨੂੰ ਦੂਰ ਕਰਨ ਵਾਲੇ ਪਰਵਤਗਾਰ, ਸ਼ਬਦਾ ਅਵਤਾਰ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਅੰਦਰ ਗੁਰੂ ਜਨ, ਗੁਰੂ ਪਿਆਰਿਓ, ਗੁਰੂ ਸਵਾਰਿਓ, ਜਿੱਥੇ ਅਸੀਂ ਸਾਰੇ ਹੀ ਤਨ ਕਰਕੇ ਆਏ ਹਾਂ, ਆਓ ਮਨ ਦਾ ਟਿਕਾ ਬਣਾਈਏ। ਜੋ ਲੜੀਵਾਰ ਸ਼ਬਦ ਦੀ ਵਿਚਾਰ ਚੱਲ ਰਹੀ ਹੈ, ਇਸੇ ਸ਼ਬਦ ਨੂੰ ਗੁਰੂ ਕੇ ਕੀਰਤਨੀਏ। ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਚਮਕ, ਤਿੰਨਾਂ ਦੇ ਸਾਥੀਆਂ ਪਾਸੋਂ ਆਪਾਂ ਸਰਵਣ ਕਰ ਰਹੇ ਸਾਂ ਕੀਰਤਨ ਰੂਪ ਵਿੱਚ। ਸਾਨੂੰ ਗਾ ਕੇ ਰਸ ਭਿੰਨੀ ਵਿੱਚ, ਰਵਾਜ ਵਿੱਚ ਸੁਣਾ ਰਹੇ ਸਨ। ਆਓ ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਕੀ ਚਾਨਣਾ ਪਾਉਂਦੇ ਨੇ, ਪਹਿਲਾਂ ਸਾਰੇ ਹੀ ਰਸਨਾ ਨੂੰ ਸਫਲਾ ਕਰੀਏ। ਮਨ ਬਿਰਤੀਆਂ ਇਕਾਗਰ, ਕੋਈ ਰਸਨਾ ਵਾਂਝੀ ਨਾ ਰਹਿ ਜਾਵੇ। ਫਿਰ ਸ਼ਬਦ ਨਾਲ ਜੁੜੀਏ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਕਲ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ। ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ। ਭੈ ਬਿਨ ਸੇ ਨਿਰਭਉ ਹਰਿ ਧਿਆਇਆ, ਸਾਧ ਸੰਗ ਹਰਿ ਕੇ ਗੁਣ ਗਾਇਆ। ਮੈਂ ਦੋ ਵਾਰੀ ਇਹ ਰਹਾਉ ਦੀ ਪੰਕਤੀ ਪੜ੍ਹੀ ਹੈ, ਦੁਹਰਾਈ ਹੈ। ਭੈ ਬਿਨ ਸੇ, ਇੱਥੇ ਮੈਂ ਰੁਕਿਆ, ਜ਼ਮਕੀ ਲਗਾ ਕੇ ਫਿਰ ਪੜ੍ਹਿਆ ਨਿਰਭਉ ਹਰਿ ਧਿਆਇਆ। ਭੈ ਕੀ ਹੈ ਤੇ ਨਿਰਭਉ ਕੀ ਹੈ? ਸਾਧ ਸੰਗ ਹਰਿ ਕੇ ਗੁਣ ਗਾਇਆ। ਸਾਧ ਸੰਗ ਕੀ ਹੈ? ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਸਾਨੂੰ ਥੋੜ੍ਹਾ ਜਿਹਾ ਧਿਆਨ ਦੇਣ ਦੀ ਲੋੜ ਹੈ। ਆਪਣੇ ਆਪ ਹੀ ਚਾਨਣਾ ਹੁੰਦਾ ਜਾਣਾ, ਪ੍ਰਕਾਸ਼ ਹੁੰਦਾ ਜਾਣਾ। ਮੈਡੀਟੇਸ਼ਨ ਜਿਸ ਨੂੰ ਅਸੀਂ ਕਹਿੰਦੇ ਹਾਂ, ਧਿਆਨ ਦਿਓ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਭੈ ਬਿਨ ਸੇ, ਭੈ ਭਾਵ ਡਰ, ਬਿਨਸੇ ਦਾ ਅਰਥ ਕਰਾਂਗੇ ਦੂਰ ਹੋ ਗਏ,
ਖਤਮ ਹੋ ਗਏ। ਹੁਣ ਸਾਡੇ ਅੰਦਰ ਸਾਰਿਆਂ ਦੇ ਅੰਦਰ ਭੈ ਹੈ ਨਾ, ਡਰ ਹੈ ਨਾ, ਅਸੀਂ ਸਾਰੇ ਡਰ ਕਰਕੇ ਸਹਿਮੇ ਹੋਏ ਆ ਨਾ। ਉਹ ਡਰ ਕਿਹੜਾ ਹੈ, ਇਹਦੇ ਵੀ ਵਿਚਾਰ ਕਰਦੇ ਆ। ਮਨੁੱਖ ਨੂੰ ਬਹੁਤਾ ਡਰ ਇਹ ਸਤਾਰਿਆ ਹੈ, ਜੋ ਮਿਲਿਆ ਖੁਸ਼ ਨਾ ਜਾਵੇ। ਭੈ ਤੇ ਪਹਿਲਾਂ ਰੁਕ ਜਾਈਏ, ਫਿਰ ਨਿਰਭਉ ਵੱਲੇ ਆਵਾਂਗੇ। ਨਿਰਭਉ ਦੇ ਅਰਥ ਕੀ ਨੇ? ਜਿਹੜਾ ਮਨੁੱਖ ਨੂੰ ਮਿਲਿਆ ਹੈ, ਮਨੁੱਖ ਨੂੰ ਭੈ ਸਤਾਰਿਆ ਹੈ, ਇਹ ਖੁਸ਼ ਨਾ ਜਾਵੇ। ਜੇ ਨਹੀਂ ਮਿਲਿਆ ਤਾਂ ਵੀ ਭੈ, ਡਰ ਹੈ, ਖਰੇ ਮਿਲੇਗਾ ਕਿ ਨਹੀਂ, ਐਵੇਂ ਨਾ ਚਲੇ ਜਾਈਏ। ਪਕੜ 'ਚ ਗੱਲ ਆ ਜਾਵੇ। ਵੋਟਾਂ ਪੈਂਦੀਆਂ ਨੇ, ਲੋਕ ਵੋਟਿੰਗ ਕਰਦੇ ਨੇ, ਲੀਡਰ ਜਿਹੜੇ ਖਲੋਂਦੇ ਨੇ, ਵੋਟ ਹੋ ਗਈ, ਕੁਝ ਦਿਨ ਦਾ ਇੰਤਜ਼ਾਰ ਹੁੰਦਾ ਹੈ। ਉਹ ਬੜਾ ਬੇਸਬਰੀ ਦੇ ਦਿਨ ਹੁੰਦੇ ਨੇ, ਬੜੀ ਬੇਸਬਰੀ ਦੇ ਦਿਨ ਹੁੰਦੇ ਨੇ। ਮੈਂ ਜਿੱਤਾਂਗਾ ਕਿ ਨਹੀਂ, ਭੈ, ਡਰ ਹੈ, ਅੰਦਰ ਸਹਿਮਿਆ ਹੋਇਆ, ਬੜਾ ਦੁਖੀ ਹੈ। ਖਰੇ ਮੈਨੂੰ ਜਿਹੜਾ ਜਿਸ ਮਕਸਦ ਲਈ ਮੈਂ ਲੋਕਾਂ ਦੇ ਵਿੱਚ ਸਾਲਾਂ ਬੱਧੀ ਫਿਰਦਾ ਰਿਹਾ, ਸਾਲਾਂ ਬੱਧੀ ਮੈਂ ਆਪਣੀਆਂ ਕੋਸ਼ਿਸ਼ਾਂ ਵਿੱਚ ਲੱਗਾ ਰਿਹਾ, ਉਹ ਮੇਰਾ ਮਕਸਦ ਹੁਣ 2, 4 ਜਾਂ 5 ਦਿਨ ਦੀ ਗੱਲ ਹੈ। ਇਹ ਰਿਜ਼ਲਟ ਕੀ ਆਉਂਦਾ ਹੈ? ਬੰਦਾ ਮੰਜੇ ਤੇ ਪਿਆ ਵੀ ਤੜਫਦਾ ਰਹਿੰਦਾ। ਭੈ, ਡਰ ਸਤਾਰਿਆ, ਬਹੁਤ ਹੀ ਦੁਖੀ ਹੋ ਰਿਹਾ, ਵਾਰ-ਵਾਰ ਦੁਖੀ ਹੋ ਰਿਹਾ। ਇਹ ਮੈਂ ਗੱਲ ਤਾਂ ਕਹਿ ਰਿਹਾ ਕਿ ਇਹ ਸ਼ਬਦ ਦੀ ਜਿਹੜੀ ਨਾ ਪਕੜ 'ਚ ਆ ਜਾਏ, ਕਲੀਅਰ ਹੋ ਜਾਵੇ ਵੀ ਭੈ ਕਿਹਨੂੰ ਕਹਿੰਦੇ ਨੇ। ਇੱਕ ਹਾਂ, ਜੇ ਹੁਣ ਉਹ ਅਹੁਦਾ ਮਿਲ ਗਿਆ ਹੈ, ਹੁਣ ਉਹ ਅਹੁਦਾ ਮਿਲ ਗਿਆ, ਜਿਸ ਦੇ ਅਹੁਦੇ ਦਾ ਡਰ ਸਤਾਰਿਆ ਸੀ, ਖਰੇ ਮਿਲੇਗਾ ਕਿ ਨਹੀਂ, ਜਿਹੜੀ ਚੀਜ਼ ਦੀ ਪ੍ਰਾਪਤੀ ਦੀ ਲੋੜ ਸੀ ਉਹ ਖਰੇ ਮਿਲੇਗੀ ਕਿ ਨਹੀਂ, ਉਹ ਹੁਣ ਗਈ ਹੈ ਮਿਲ। ਹੁਣ ਜਿਵੇਂ ਮਿਲ ਗਈ ਹੈ, ਹੁਣ ਫਿਰ ਡਰ ਸਤਾਉਣ ਲੱਗ ਪਿਆ। ਹੁਣ ਇਹ ਖੁਸ਼ ਨਾ ਜਾਏ, ਹੁਣ ਮੇਰੇ ਕੋਲੋਂ ਇਹ ਅਹੁਦਾ, ਇਹ ਜਿਹੜੀ ਹੈ ਕੁਰਸੀ ਹੈ, ਇਹ ਹੁਣ ਮੇਰੇ ਕੋਲੋਂ ਨਿਕਲ ਨਾ ਮੇਰੇ ਹੇਠਾਂ ਜਾਏ, ਡਰ ਫਿਰ ਸਤਾਰਿਆ। ਧਿਆਨ ਦਿਓ, ਬੱਚਾ, ਪੁੱਤਰ, ਧੀ ਪ੍ਰਮਾਤਮਾ ਵੱਲੋਂ ਦਾਤਾ ਦਿੰਦਾ ਹੈ। ਪੁੱਤ ਮਿਲ ਗਿਆ, ਨਾ ਮਿਲਿਆ ਤੇ ਡਰ ਸਤਾਰਿਆ ਹੈ ਵੀ ਮੈਂ ਖਰੇ ਐਵੇਂ ਨਾ ਚਲੇ ਜਾਵਾਂ, ਮੈਨੂੰ ਰੱਬ ਨੇ ਖਰੇ ਪੁੱਤਰ ਦੇਣਾ ਹੈ ਕਿ ਨਹੀਂ ਦੇਣਾ। ਧੀ ਤੇ ਕੋਈ ਮੰਗਦਾ ਹੀ ਨਹੀਂ ਨਾ, ਪਰ ਗੁਰੂ ਨਾਨਕ ਬਰਾਬਰ ਦਾ ਦਰਜਾ ਦਿੰਦੇ ਨੇ। ਮੇਰੇ ਪਾਤਸ਼ਾਹ ਕਹਿੰਦੇ ਨੇ, ਅੱਜ ਜਿਹੜੀਆਂ ਬੱਚੀਆਂ ਨੇ, ਧੀਆਂ ਨੇ, ਜਿਹੜੀਆਂ ਬਹੁਤ ਨਾਮ ਕਮਾ ਰਹੀਆਂ ਨੇ, ਬਹੁਤ ਕੁਝ ਕਰ ਰਹੀਆਂ ਨੇ, ਜਿਨ੍ਹਾਂ 'ਚ ਭਰੂਣ ਹੱਤਿਆ ਅਸੀਂ ਹੁਣ ਵੀ ਕਰਨੋਂ ਹਟਦੇ ਨਹੀਂ ਹੈ। ਗੁਰੂ ਨਾਨਕ ਨੇ ਕਿਹਾ, ਭੰਡ ਜੰਮੀ ਹੈ, ਭੰਡ ਨਿੰਮੀ ਹੈ, ਭੰਡ ਮੰਗਣ ਵਿਆਹ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਾਹ, ਭੰਡ ਮੂਵਾ, ਭੰਡ ਭਾਲੀਐ, ਭੰਡ ਹੋਵੇ ਬੰਧਾਨ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਸੋ ਤੋਂ ਭਾਵ ਹੈ ਉਸ ਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ। ਜਿਹੜੀ ਇਸਤਰੀ ਇੱਕ ਮਨੁੱਖ ਨੂੰ ਜਨਮ ਦੇ ਕੇ ਵੇਖੋ ਕਿੱਡਾ ਵੱਡੇ ਅਹੁਦੇ ਤੇ ਪਹੁੰਚਾ ਦਿੰਦੀ ਹੈ। ਪਹਿਲਾਂ ਉਹ ਪ੍ਰਸੂਤ ਦੀ ਪੀੜਾ ਸਹਿਣ ਕਰਦੀ ਹੈ, ਫਿਰ ਜਾ ਕੇ ਮਾਂ ਸ਼ਬਦ ਉਹਦੇ ਕੰਨ 'ਚ ਪੈਂਦਾ, ਤੇ ਜਿੰਨੇ ਮਾਂ ਸ਼ਬਦ ਆਖਾਉਣਾ ਹੋਵੇ ਨਾ, ਉਹਨੂੰ ਪ੍ਰਸੂਤ ਦੀ ਪੀੜਾ ਸਹਿਣੀ ਪੈਂਦੀ ਹੈ। ਸਮਝ ਗਏ ਹੋਗੇ ਤੁਸੀਂ ਸਾਰੇ? ਸਿੱਧੀ ਜੀ ਬੋਲੀ 'ਚ ਮੈਂ ਕਿਹਾ। ਪਰ ਜਿੰਨੇ ਰੱਬ ਦੀ ਪਿਆਰ ਦੀ ਪਰਮਾਤਮਾ ਦੀ ਵਾਹਿਗੁਰੂ ਦੀ ਬਖਸ਼ਿਸ਼ ਲੈਣੀ ਹੈ, ਤੇ ਉਹਨੂੰ ਪੀੜਾ, ਮਾਂ ਨੇ ਸ਼ਬਦ ਮਾਂ ਖਵਾਇਆ ਨਾ ਕੰਨ ਦੇ ਵਿੱਚ, ਪ੍ਰਸੂਤ ਦੀ ਪੀੜਾ ਸਹਿਣੀ ਪਈ। ਐਵੇਂ ਨਹੀਂ ਮਾਂ ਤੇ ਕੋਈ ਵੀ ਕਹਿ ਦਿੰਦਾ, ਪਰ ਜਿਹੜੀ ਪ੍ਰਸੂਤ ਦੀ ਪੀੜਾ ਸਹਿ ਕੇ ਕੋਈ ਮਾਂ ਸ਼ਬਦ ਖਵਾਉਂਦਾ ਹੈ ਨਾ, ਫਿਰ ਉਹਦੇ ਵਿੱਚ ਤੇ ਪੁੱਤ ਵਿੱਚ, ਬੱਚੇ ਵਿੱਚ ਬੜਾ ਵੱਖਰਾ ਜਿਹਾ ਹੀ ਪਿਆਰ ਹੁੰਦਾ ਹੈ। ਧਿਆਨ ਦਿਆ ਜੇ, ਮੇਰੇ ਸਾਹਿਬ ਜੀ ਕਹਿੰਦੇ ਨੇ, 100+ ਉਸ ਨੂੰ ਤੁਸੀਂ ਕਿਉਂ ਮਾੜਾ ਕਹਿੰਦੇ ਹੋ, ਜਿਹੜੀ ਇੱਕ ਮਾਂ ਜਨਮ ਦਿੰਦੀ ਹੈ, ਜਨਮ ਦੇ ਕੇ ਫਿਰ ਉਸ ਨੂੰ ਪ੍ਰਸੂਤ ਦੀ ਪੀੜਾ ਸਹਿਣ ਕਰਕੇ ਉਸ ਨੂੰ ਪਾਲਦੀ ਹੈ, ਫਿਰ ਉਸ ਨੂੰ ਕਿਸੇ ਮੁਰਾਤਬੇ ਤੱਕ ਸਕੂਲੇ ਛੱਡ ਕੇ ਆਉਂਦੀ ਹੈ, ਪੜ੍ਹਾ ਕੇ ਕਿਸੇ ਰੁਤਬੇ ਤੇ ਪਹੁੰਚਾ ਦਿੰਦੀ ਹੈ। ਫਿਰ ਵੱਡਾ ਹੁੰਦਾ ਹੈ ਮਨੁੱਖ, ਉਸੇ ਇਸਤਰੀ ਦੇ ਨਾਲ ਫਿਰ ਵਿਆਹ ਕਰਦਾ ਹੈ, ਫਿਰ ਪਰਿਵਾਰ, ਸੰਸਾਰ ਦੇ ਵਿੱਚ, ਸਮਾਜ ਦੇ ਵਿੱਚ ਉਸ ਦਾ ਮਾਨ ਸਨਮਾਨ ਹੋ ਜਾਂਦਾ ਹੈ। ਕੋਈ ਮਾਸੀਆਂ, ਮਾਸੜ, ਫੁੱਫੜ, ਇਹ ਪਰਿਵਾਰ ਅਗਾਂਹ ਦੀ ਗਾਂਹ ਇਸਤਰੀ ਦੇ ਕਰਕੇ ਹੀ ਮਨੁੱਖ ਅਗਾਂਹ ਦਾ ਪ੍ਰਸਾਰਾ ਪਸਰਦਾ ਹੈ ਨਾ। ਜੇ ਨਹੀਂ ਹੈ ਤੇ ਕੁਝ ਵੀ ਨਹੀਂ ਹੈ। ਧਿਆਨ ਦਿਆ ਜੇ, ਮੈਂ ਬਹੁਤਾ ਇੱਧਰ ਨਹੀਂ ਜਾਣਾ। ਪੁੱਤ ਮਿਲ ਗਿਆ, ਬੱਚਾ ਮਿਲ ਗਿਆ, ਜੇ ਨਹੀਂ ਮਿਲਿਆ ਸੀ
ਤੇ ਭੱਜੇ ਫਿਰਦੇ, ਡਰ ਸਤਾ ਰਿਹਾ ਸੀ ਡਾਕਟਰਾਂ ਦੇ ਕੋਲ, ਵੈਦਾਂ ਹਕੀਮਾਂ ਦੇ ਕੋਲ, ਥਾਂ ਥਾਂ ਤੇ ਭਟਕ ਰਹੇ ਸੀ ਬਾਬਿਆਂ ਦੇ ਕੋਲ, ਬਈ ਫਲਾਣਾ ਬਾਬਾ ਛੇਪ ਆਉਂਦਾ, 4 ਤੇ 4 ਪੁੱਤਰ ਹੁੰਦੇ ਨੇ, ਇੱਕ ਕੁੜੀ ਤੇ ਹੁੰਦੀ ਕੋਈ ਨਹੀਂ ਨਾ, ਫਲਾਣੇ ਥਾਂ ਤੇ ਜਾਵਾਂਗੇ ਤੇ ਉੱਥੇ ਨਸ਼ਿਆ ਫਿਰਦਾ ਰਿਹਾ, ਬੜਾ ਦੁਖੀ ਹੋਇਆ, ਬੜਾ ਭਟਕ ਰਿਹਾ ਸੀ। ਚਲੋ ਰੱਬ ਦਾ ਸਬੱਬ, ਰੱਬ ਨੇ ਮਿਹਰ ਕਰ ਦਿੱਤੀ। ਕਈ ਵਾਰੀ ਦੇਰ ਹੋ ਜਾਂਦੀ ਹੈ, ਰੱਬ ਦੇ ਘਰ ਵਿੱਚ ਹਨੇਰ ਨਹੀਂ ਹੈ, ਅਸੀਂ ਕਾਲੇ ਪੈ ਜਾਂਦੇ ਹਾਂ। ਰੱਬ ਨੇ ਪੁੱਤ ਦੇ ਦਿੱਤਾ, ਪਹਿਲਾਂ ਬੜਾ ਦੁਖੀ ਹੋ ਰਿਹਾ ਸੀ ਵੀ ਖਰੇ ਮਿਲਣਾ ਹੈ ਕਿ ਨਹੀਂ, ਮਿਲ ਗਿਆ। ਹੁਣ ਉਹ ਮਿਲਿਆ ਹੈ, ਜਦੋਂ ਨਹੀਂ ਸੀ ਮਿਲਿਆ ਉਦੋਂ ਵੀ ਦੁਖੀ ਸੀ, ਹੁਣ ਮਿਲ ਗਿਆ ਤਾਂ ਵੀ ਦੁਖੀ ਹੈ। ਕਿਉਂ? ਹੁਣ ਇਹਨੂੰ ਕੁਝ ਹੋ ਨਾ ਜਾਏ, ਇਹਨੂੰ ਹੁਣ ਮਾੜੀ ਜੀ ਵੀ ਨੱਕ ਉਹਦੀ ਚੂਣ ਲੱਗ ਜਾਵੇ, ਕੋਲਡ ਹੋ ਜਾਵੇ, ਜ਼ੁਕਾਮ ਹੋ ਜਾਵੇ, ਖਰੇ ਨੂੰ ਫੀਵਰ ਹੋ ਗਿਆ, ਆਪ ਭੁੱਖਾ ਰਹਿਣਾ ਸ਼ੁਰੂ ਕਰ ਦਿੰਦਾ ਹੈ, ਉਹਦੇ ਧਿਆਨ ਰੱਖਣਾ ਸ਼ੁਰੂ ਕਰ ਦਿੰਦਾ ਹੈ। ਸਾਰੇ ਦਾ ਸਾਰਾ ਜਿਹੜਾ ਧਿਆਨ ਉਹਦੇ ਵਿੱਚ ਹੁੰਦਾ ਹੈ, ਉਹਦੇ ਵਿੱਚ ਧਿਆਨ ਗੱਡਿਆ ਹੁੰਦਾ ਹੈ। ਆਪਣੇ ਆਪ ਦਾ ਕੋਈ ਪਤਾ ਨਹੀਂ ਹੈ ਵੀ ਮੈਂ ਤੁਰਿਆ ਕਿੱਥੇ ਫਿਰਦਾ। ਬਾਹਰੋਂ ਕਮਾਉਣਾ ਹੈ, ਬੱਚੇ ਦਾ ਖਿਆਲ ਹੈ, ਉਹਦਾ ਬੈਂਕ ਬੈਲੈਂਸ ਬਣਾ ਦੇਵਾਂ, ਉਹਨੂੰ ਕੋਈ ਤਕਲੀਫ ਨਾ ਹੋਵੇ। ਬਾਲਕ ਪੜ੍ਹ ਰਿਹਾ ਹੈ, ਜੇ ਉਹਦੇ ਨੰਬਰ ਘੱਟ ਆਏ ਤਾਂ ਵੀ ਵਿਲਕ ਰਿਹਾ ਹੈ ਵੀ ਮੇਰੇ ਤੇ ਪੁੱਤਰ ਦੇ ਨੰਬਰ ਹੀ ਘੱਟ ਆਏ ਨੇ। ਪੜ੍ਹਾਈ ਕਰ ਰਿਹਾ ਹੈ, ਉਹਨੂੰ ਕੋਈ ਉੱਚਾ ਰੁਤਬਾ ਨਹੀਂ ਮਿਲਿਆ ਤਾਂ ਦੁਖੀ ਹੋ ਰਿਹਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਮਨੁੱਖ ਤੂੰ ਤੇ ਦੁਖੀ ਰਹਿਣਾ ਹੀ ਰਹਿਣਾ ਹੈ। ਇਹ ਜਿਹੜੇ ਤੇਰੇ ਅੰਦਰ ਭੈ ਨੇ, ਇਹ ਤੇਰੇ ਜਿਹੜਾ ਡਰ ਹੈ, ਜਿਹੜਾ ਸਹਿਮ ਪੁਣਾ ਹੈ, ਬਈ ਹੁਣ ਕਿਸੇ ਦੇ ਨਾਲ ਬੈਠਾ ਹੋਇਆ ਉਹ ਵਿਗੜ ਨਾ ਜਾਏ। ਹੁਣ ਬੱਚੇ ਅਸੀਂ ਇੱਥੇ ਪੜ੍ਹਨੇ ਭੇਜੇ ਨੇ, ਉੱਥੇ ਮਾਪਿਆਂ ਦੀ ਜਾਨ ਨੂੰ ਬਣੀ ਹੋਈ ਹੈ। ਕਿਉਂ? ਕਿ ਉਹ ਕਿਧਰੇ ਮਾੜੀ ਸੰਗਤ ਵਿੱਚ ਨਾ ਪੈ ਜਾਣ। ਡਰ ਹੀ ਹੈ ਨਾ, ਚਿੰਤਾ ਹੀ ਹੈ ਨਾ, ਭੈ ਸਤਾ ਰਿਹਾ ਹੈ ਨਾ, ਹਰ ਪਾਸੋਂ ਮਨੁੱਖ ਡਰਿਆ ਹੋਇਆ ਹੈ, ਸਹਿਮਿਆ ਹੋਇਆ ਹੈ। ਕਿਉਂ ਸਹਿਮਿਆ ਹੋਇਆ ਹੈ? ਜੇ ਮਿਲਿਆ ਸੀ ਤਾਂ ਵੀ ਦੁਖੀ, ਜੇ ਨਹੀਂ ਮਿਲਿਆ ਤੇ ਉਦੋਂ ਜ਼ਿਆਦਾ ਦੁਖੀ ਹੈ। ਹੁਣ ਕਈ ਤਾਂ ਇਹੋ ਜਿਹੇ ਨੇ, ਕਹਿੰਦੇ ਨੇ ਵੀ ਜੇ ਤੂੰ ਨਾ ਹੁੰਦਾ ਤੇ ਮੈਂ ਖਰੇ ਸੁਖੀ ਹੁੰਦਾ। ਕਈ ਮਾਪੇ ਐਵੇਂ ਜੇ ਕਹਿੰਦੇ ਨੇ, ਪੁੱਤਰ ਜੇ ਤੂੰ ਜਨਮ ਨਾ ਲੈਂਦਾ ਤੇ ਸ਼ਾਇਦ ਮੈਂ ਸੁਖੀ ਰਹਿੰਦਾ, ਸੁਖੀ ਹੁੰਦਾ। ਇੱਥੋਂ ਤੱਕ ਨੌਬਤ ਪਹੁੰਚ ਜਾਂਦੀ ਹੈ। ਧਿਆਨ ਦਿਆ ਜੇ ਮੇਰਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਅੱਜ ਦੇ ਹੁਕਮ ਵਿੱਚ ਮੇਰੇ ਸਤਿਗੁਰੂ ਜੀ ਕਹਿੰਦੇ ਨੇ, ਬੰਦਿਆ ਸਾਰੇ ਹੀ ਭੈ ਦੇ ਵਿੱਚ ਨੇ, ਸਾਰੇ ਹੀ ਡਰੇ ਤੇ ਸਹਿਮੇ ਹੋਏ ਨੇ। ਭੈ ਬਿਨ ਸੇ, ਮੈਂ ਇੱਕ ਅੱਖਰ ਤੇ ਖਲੋਤਾ ਹਾਂ ਜੀ। ਭੈ ਡਰ ਤੇਰੇ ਅੰਦਰੋਂ ਖਤਮ ਹੋ ਜਾਣਗੇ, ਦੂਰ ਹੋ ਜਾਣਗੇ। ਕਿਵੇਂ ਦੂਰ ਹੋਣਗੇ? ਰੋਜ਼ ਰਹਿਰਾਸ ਸਾਹਿਬ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ। ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ। ਰੁਕੋ, ਬ੍ਰੇਕ ਲਓ। ਭੈ ਤੇਰੇ ਅੰਦਰ ਜਿਹੜੇ ਨੇ, ਡਰ ਤੋਂ ਅੰਦਰੋਂ ਸਹਿਮਿਆ ਹੋਇਆ ਹੈ, ਤੇਰੇ ਸਾਰੇ ਡਰ ਦੂਰ ਹੋ ਜਾਣਗੇ। ਗੁਰੂ ਨੂੰ ਪੁੱਛੋ ਕਿਵੇਂ? ਮੇਰੇ ਸਾਹਿਬ ਜੀ ਕਹਿੰਦੇ ਨੇ, ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ। ਤਿੰਨ ਕਾ, ਉਹਨਾਂ ਦਾ, ਤਿੰਨ ਕਾ ਦਾ ਅਰਥ ਕਰਾਂਗੇ ਉਹਨਾਂ ਦਾ, ਜਿਨ੍ਹਾਂ ਨੇ ਨਿਰਭਉ ਨੂੰ ਧਿਆਇਆ। ਉਹਨਾਂ ਦੇ ਅੰਦਰੋਂ ਭਉ, ਭਉ ਮੀਨਸ ਡਰ, ਕਿਵੇਂ ਨਿਕਲ ਜਾਂਦਾ? ਜਿਹੜੇ ਨਿਰਭਉ ਨੂੰ ਧਿਆਉਂਦੇ ਨੇ, ਜਿਹੜੇ ਨਿਰਭਉ ਦੀ ਸ਼ਰਨ ਵਿੱਚ ਆਉਂਦੇ ਨੇ, ਉਹਨਾਂ ਦੇ ਅੰਦਰ ਭਉ ਨਹੀਂ ਰਹਿੰਦਾ। ਜਿਨ ਨਿਰਭਉ, ਜਿਨ ਹਰ ਨਿਰਭਉ ਤੇ ਆਇਆ ਜੀ। ਤਿੰਨ ਕਾ, ਉਹਨਾਂ ਦਾ ਭਉ ਸਭ, ਸਭ ਦਾ ਅਰਥ ਕਰੋ ਸਾਰੇ। ਇਹ ਨਹੀਂ ਹੈ ਵੀ ਇੱਕ ਜਣਾ ਦੇ ਐਗਜ਼ਾਮਪਲ ਦਿੱਤੇ ਨੇ ਇਹੋ ਹੀ ਭਉ, ਨਹੀਂ। ਭਉ ਤੇ ਹੋਰ ਵੀ ਬੜੇ ਨੇ, ਡਰ ਤੇ ਹੋਰ ਵੀ ਬੜਾ, ਹੋਰ ਵੀ ਡਰ ਸਾਨੂੰ ਬੜੇ ਸਤਾਉਂਦੇ ਰਹਿੰਦੇ ਨੇ। ਮੇਰੇ ਸਾਹਿਬ ਜੀ ਕਹਿੰਦੇ ਨੇ, ਸਭ ਸਾਰੇ ਨਿਕਲ ਜਾਣਗੇ ਤੇਰੇ ਅੰਦਰੋਂ ਜਦੋਂ ਤੂੰ ਨਿਰਭਉ ਦੇ ਨਾਲ ਜੁੜ ਜਾਏਗਾ। ਭੈ ਤੇ ਨਿਰਭਉ, ਭੈ ਤੇ ਇੱਥੇ ਇਸ ਭੈ ਦੇ ਅਰਥ ਕਰ ਦਈਏ ਅਦਬ। ਭੈ ਤੇ ਨਿਰਭਉ ਪਾਈਐ, ਜਦੋਂ ਭੈ ਵਿੱਚ ਰਹਿਣਾ ਸ਼ੁਰੂ ਕਰ ਦੇਗਾ। ਭੈ ਮੀਨਸ ਇੱਥੇ ਕਰ ਦਿਓ ਭਾਣਾ, ਸਾਰੇ ਦੁੱਖ ਦੂਰ ਹੋ ਗਏ। ਲਓ ਜੀ, ਗੱਲ ਕੀ ਹੈ? ਬੜਾ ਨੁਕਤਾ ਸੌਖਾ ਜਿਹਾ ਆ ਗਿਆ। ਮੇਰੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਤੇਰੇ ਅੰਦਰ ਭੈ ਹੈ ਨਾ, ਨਿਕਲ ਜਾਏਗਾ। ਤੂੰ ਭਾਣੇ ਵਿੱਚ ਰਹਿਣਾ ਸ਼ੁਰੂ ਕਰ ਦੇ, ਭੈ ਤੇਰੇ ਸਾਰੇ ਦੂਰ ਐਵੇਂ ਜਾਣਗੇ, ਚੁਟਕੀ ਵਾਂਗੂ ਨਿਕਲ ਜਾਣਗੇ। ਜਿੱਦਨ ਤੂੰ ਭਾਣੇ ਵਿੱਚ ਆ ਜਾਏਗਾ,
ਭੈ ਵਿੱਚ ਪਾਉਣ ਬਹਿ ਸਦਵਾਓ। ਭੈ ਵਿੱਚ ਚਲਦੀ ਹਵਾ ਚਲਦੀ ਹੈ, ਭੈ ਵਿੱਚ। ਭੈ ਵਿੱਚ ਚੱਲੈ ਲੱਖ ਦਰਿਆਓ। ਭੈ ਵਿੱਚ ਅਗਨ ਕੱਢੈ ਵਿਗਾਰ। ਭੈ ਵਿੱਚ ਧਰਤੀ ਦੱਬੀ ਭਾਰ। ਭੈ ਵਿੱਚ ਸੂਰਜ ਭੈ ਵਿੱਚ ਚੰਦ। ਕੋਹ ਕਰੋੜੀ ਚਲਤ ਨ ਅੰਤ। ਭੈ ਵਿੱਚ ਸਿੱਧ ਬੁੱਧ ਸੁਰਨਾਥ। ਭੈ ਵਿੱਚ ਆ ਡਾਣੈ ਆਕਾਸ਼। ਭੈ ਵਿੱਚ ਜੋਧ ਮਹਾਬਲ ਸੂਰ। ਭੈ ਵਿੱਚ ਆਵਹਿ ਜਾਵਹਿ ਪੂਰ। ਇਹ ਹੁਣ ਅਸੀਂ ਰੋਜ਼ ਹੀ ਬਾਣੀ ਪੜ੍ਹਦੇ ਹਾਂ, ਰੋਜ਼ ਹੀ ਕੰਨਾਂ ਨਾਲ ਸੁਣਦੇ ਹਾਂ, ਪਰ ਸੁਣਦੇ ਹਾਂ, ਪੜ੍ਹਦੇ ਹਾਂ, ਇਹਦੇ ਉੱਤੇ ਅਮਲ ਨਹੀਂ ਕਰਦੇ। ਜੇ ਅਮਲ ਤਾਂ ਕਰੀਏ ਜੇ ਸਾਨੂੰ ਇਹਦੀ ਸਮਝ ਆਵੇ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ ਇਹ ਜਿਹੜੀਆਂ ਵੀ ਚੀਜ਼ਾਂ ਆਪਾਂ ਗਿਣੀ ਜਾ ਰਹੇ ਹਾਂ ਸਾਰੀਆਂ ਹੀ ਉਸ ਰੱਬ ਦੇ ਭਾਣੇ ਵਿੱਚ ਭੈ ਵਿੱਚ ਚੱਲ ਰਹੀਆਂ ਨੇ। ਬੰਦਿਆ ਇੱਕ ਤੂੰ ਹੀ ਐਵੇਂ ਜਿਹਾ ਹੈ ਜਿਹੜਾ ਰੱਬ ਦੇ ਭਾਣੇ ਵਿੱਚ ਭੈ ਵਿੱਚ ਰਹਿ ਕੇ ਰਾਜੀ ਨਹੀਂ ਹੈ। ਇੱਕ ਮਨੁੱਖ ਹੀ ਹੈ ਐਵੇਂ ਜਿਹਾ, ਉਹ ਰੱਬ ਦੇ ਭਾਣੇ ਵਿੱਚ ਰਹਿ ਕੇ ਰਾਜੀ ਨਹੀਂ ਹੈ, ਰੱਬ ਦੀ ਰਜ਼ਾ ਦੇ ਵਿੱਚ ਰਾਜੀ ਨਹੀਂ। ਉਹ ਰੱਬ ਨੂੰ ਵੀ ਆਪਣੇ ਵਾਂਗ ਢਾਲਣਾ ਚਾਹੁੰਦਾ ਹੈ, ਆਪਣੇ ਪਿੱਛੇ ਲਾਉਣਾ ਚਾਹੁੰਦਾ ਹੈ, ਰੱਬ ਦੇ ਮਗਰ ਨਹੀਂ ਲੱਗਣਾ ਚਾਹੁੰਦਾ, ਆਪਣੇ ਵਰਗਾ ਬਣਾਉਣਾ ਚਾਹੁੰਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ ਹਰ ਨਿਰਭਉ ਧਿਆਇਆ। ਭਾਈ ਜਿਨ੍ਹਾਂ ਨੇ ਉਸ ਨਿਰਭਉ ਨੂੰ, ਨਿਰਭਉ ਇੱਕ ਹੀ ਪਰਮਾਤਮਾ ਹੈ ਜਿਹਨੂੰ ਰੋਜ਼ ਹੀ ਪੜ੍ਹਦੇ ਆ, ਇੱਕ ਓੰਕਾਰ ਸਤਨਾਮ ਕਰਤਾ, ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ, ਕਰਤਾ ਪੁਰਖ, ਪੁਰਖ ਤੋਂ ਭਾਵ ਹੈ ਸਾਰੀ ਥਾਵਾਂ ਤੇ ਰਮਿਆ ਹੋਇਆ ਸਰਬ ਵਿਆਪਕ ਪਰਮਾਤਮਾ। ਸਾਰੇ ਹੀ ਭਉ ਦੇ ਵਿੱਚ ਨੇ, ਸਾਰੇ ਹੀ ਡਰੇ ਹੋਏ, ਸਾਰੇ ਸਹਿਮੇ ਹੋਏ ਨੇ। ਇੱਕ ਪਰਮਾਤਮਾ ਐਵੇਂ ਜਿਹਾ ਹੈ ਜਿਹੜਾ ਨਿਰਭਉ ਹੈ, ਜਿਹਨੂੰ ਕਿਸੇ ਦਾ ਵੀ ਭਉ ਨਹੀਂ ਹੈ। ਨਿਰਭਉ ਤੇ ਫਿਰ ਨਿਰਵੈਰ, ਉਹਦੇ ਅੰਦਰ ਕਿਸੇ ਪ੍ਰਕਾਰ ਦਾ ਵੈਰ ਨਹੀਂ ਹੈ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ ਜੇ ਤੂੰ ਉਸ ਨਿਰਭਉ ਦੇ ਨਾਲ ਜੁੜ ਜਾਵੇਂ ਨਾ, ਤੇਰੇ ਵੀ ਅੰਦਰ ਦੇ ਸਾਰੇ ਭਉ ਗਏ, ਤੇਰੇ ਅੰਦਰ ਕੋਈ ਭਉ ਨਹੀਂ ਰਹੇਗਾ। ਨਿਰਭਉ ਦੀ ਸ਼ਰਨ ਵਿੱਚ ਆਉਣ ਦਾ ਭਾਵ ਇਹ ਹੈ ਕਿ ਜੇ ਤੂੰ ਭਉ ਤੋਂ ਰਹਿਤ ਹੋਣਾ ਹੈ, ਡਰਾਂ ਤੋਂ ਦੂਰ ਹੋਣਾ ਹੈ, ਹਮੇਸ਼ਾ ਦਾ ਆਪਣੇ ਅੰਦਰ ਦਾ ਸਹਿਮਪੁਣਾ ਖਤਮ ਕਰਨਾ ਹੈ, ਤੇ ਤੈਨੂੰ ਨਿਰਭਉ ਨਾਲ ਜੁੜਨਾ ਪੈਣਾ ਹੈ। ਹੁਣ ਇੱਕ ਸਵਾਲ ਇਹ ਖਲੋਤਾ ਹੋਇਆ ਹੈ ਵੀ ਅਸੀਂ ਤੇ ਨਿਰਭਉ ਦੇ ਨਾਲ ਜੁੜੇ ਹਾਂ, ਅਸੀਂ ਗੁਰਦੁਆਰੇ ਆਉਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਪਰ ਸਾਡਾ ਭਾਵ ਨਹੀਂ ਗਿਆ। ਸਾਡਾ ਭਾਵ ਕਿਉਂ ਨਹੀਂ ਗਿਆ? ਅਸੀਂ ਵੀ ਨਿਰਭਉ ਨਾਲ ਜੁੜੇ ਹਾਂ, ਗੁਰਦੁਆਰੇ ਆਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਪਰ ਸਾਡੇ ਅੰਦਰ ਦਾ ਸਹਿਮਪੁਣਾ ਕਿਉਂ ਨਹੀਂ ਗਿਆ? ਕਾਰਨ ਕੀ ਹੈ? ਜੁੜੇ ਨਹੀਂ ਅਜੇ। ਸਿੰਘ ਸ਼ਰਨ ਕਤ ਜਾਈਐ ਜੋ ਜੰਬੁਕ ਗਰਾਸਾ। ਸਿੰਘ ਕਹਿੰਦੇ ਨੇ ਸ਼ੇਰ ਨੂੰ, ਸ਼ੇਰ ਦੀ ਸ਼ਰਨ ਦੇ ਵਿੱਚ ਹੋਵੇ ਤੇ ਫਿਰ ਗਿੱਦੜ ਦਾ ਡਰ ਹੋਵੇ, ਇਹਦਾ ਮਤਲਬ ਸਮਝ ਲਓ ਫਿਰ ਸ਼ੇਰ ਦੀ ਅਜੇ ਸ਼ਰਨ ਵਿੱਚ ਆਇਆ ਨਹੀਂ ਹੈ। ਜੇ ਤੈਨੂੰ ਸ਼ੇਰ ਦੇ ਕੋਲ, ਸ਼ੇਰ ਦੇ ਘੁਰਨੇ ਦੇ ਵਿੱਚ ਜੰਗਲ ਦੇ ਹੋਰ ਬੜੇ ਜਾਨਵਰ ਹੁੰਦੇ ਨੇ, ਜਿਹੜਾ ਸ਼ੇਰ ਹੁੰਦਾ ਹੈ ਨਾ ਉਹ ਜੰਗਲ ਦਾ ਰਾਜਾ ਹੁੰਦਾ ਹੈ, ਉਹਦੀ ਭਬਕ ਦੇ ਨੇੜੇ ਤੇੜੇ ਕੋਈ ਜਾਨਵਰ, ਹੋਰ ਮਾਰੂ ਜਾਨਵਰ ਕੋਈ ਨੇੜੇ ਤੇੜੇ ਨਹੀਂ ਆਉਂਦਾ। ਤੇ ਜੇ ਸ਼ੇਰ ਦੇ ਕੋਲ ਬਹਿ ਕੇ ਬੰਦਿਆ ਤੂੰ ਫਿਰ ਵੀ ਡਰ ਰਿਹਾ ਹੈ, ਮਤ ਸਮਝੀ ਕਿ ਮੈਂ ਅਜੇ ਗੁਰੂ ਦੀ ਸ਼ਰਨ ਵਿੱਚ ਆਇਆ ਵਾਂ, ਮਤ ਸਮਝੀ। ਜੇ ਤੇਰੇ ਅੰਦਰ ਦਾ ਭਾਵ ਨਹੀਂ ਨਾ ਗਿਆ, ਜੇ ਤੇਰੇ ਅੰਦਰ ਦਾ ਡਰ ਨਹੀਂ ਨਾ ਗਿਆ, ਜੇ ਤੇਰੇ ਅੰਦਰ ਅਜੇ ਸਹਿਮਪੁਣਾ ਬੜਿਆ ਹੈ, ਮਤ ਸਮਝ ਮੈਂ ਗੁਰੂ ਦੇ ਕੋਲ ਆ ਗਿਆ, ਅਜੇ ਨਹੀਂ ਆਇਆ। ਜਿੱਦਨ ਆਵੇਂਗਾ ਉਦਨ ਤੇਰਾ ਭਾਵ ਰਹੇਗਾ ਵੀ ਨਹੀਂ। ਜਿੱਦਨ ਤੂੰ ਨਿਰਭਉ ਦੇ ਨਾਲ ਜੁੜ ਗਿਆ ਤੇਰੇ ਸਾਰੇ ਭਾਵ ਮੁੱਕ ਜਾਣਗੇ, ਤੇਰੇ ਅੰਦਰ ਡਰ ਜਿਹੜਾ ਹੈ ਸਹਿਮਪੁਣਾ, ਮੇਰੇ ਸਾਹਿਬ ਜੀ ਕਹਿੰਦੇ ਨੇ ਖਤਮ ਹੋ ਜਾਏਗਾ। ਕਿਵੇਂ ਜੀ? ਭੈ ਬਿਨ ਸੇ ਨਿਰਭੈ ਪਦ ਪਾਇਆ। ਭੈ ਡਰ ਦੂਰ, ਨਿਰਭੈਤਾ ਦਾ ਪਦ ਵੀ ਤੈਨੂੰ ਮਿਲ ਜਾਏਗੀ। ਪਦ ਦਾ ਅਰਥ ਹੈ ਅਹੁਦਾ। ਤੈਨੂੰ ਰੱਬ ਦੇ ਘਰ ਉਹ ਵਡਿਆਈ ਮਿਲ ਜਾਏਗੀ, ਤੇਰੇ ਭੈ ਦੂਰ ਹੋ ਜਾਣਗੇ। ਕਿਵੇਂ? ਗੁਰ ਮਿਲ ਨਾਨਕ ਖਸਮ ਤੇ ਆਇਆ। ਹੁਣ ਗੱਲ ਤਾਂ ਆ, ਇਸ ਪਾਸੇ ਤੇ ਆਉਣਾ ਹੀ ਨਹੀਂ। ਗੁਰੂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ, ਗੁਰੂ ਨੂੰ ਮਿਲ ਕੇ ਕੀ ਕਰਨਾ ਫਿਰ? ਜੇ ਨਿਰਭਉ ਹੋਣਾ ਹੈ, ਭਉ ਤੋਂ ਰਹਿਤ ਹੋਣਾ ਹੈ, ਡਰ ਸਾਰੇ ਖਤਮ ਕਰਨਾ ਚਾਹੁੰਦਾ ਹੈ, ਨਿਰਭਉ ਦੀ ਸ਼ਰਨ ਵਿੱਚ ਆ ਜਾ। ਤੇ ਨਿਰਭਉ ਦੀ ਸ਼ਰਨ ਵਿੱਚ ਆ ਕੇ ਨਹੀਂ ਵੀ ਗੁਰਦੁਆਰੇ ਮੱਥਾ ਟੇਕਿਆ, ਪਰਿਕਰਮਾ ਕੀਤੀਆਂ, ਪ੍ਰਸ਼ਾਦ ਲਿਆ ਤੇ ਲੰਗਰ ਛਕਿਆ ਤੇ ਘਰ ਨੂੰ ਚਲੇ ਗਏ। ਫਿਰ ਸੁਣ,
ਤੈਨੂੰ ਗੁਰੂ ਆਖਦਾ ਕੀ ਹੈ? ਕਿੱਡਾ ਵੱਡਾ ਕਾਲਜ ਹੋਵੇ, ਯੂਨੀਵਰਸਿਟੀ ਹੋਵੇ, ਮੇਰੇ ਵਰਗਾ ਕਵੇ ਮੈਂ ਯੂਨੀਵਰਸਿਟੀ ਚੋਂ ਇਧਰੋਂ ਵੜਾਂ ਤੇ ਉਧਰੋਂ ਲੰਘ ਜਾਵਾਂ, ਉਧਰੋਂ ਵੜਾਂ ਸਵੇਰੇ ਤੇ ਸ਼ਾਮ ਨੂੰ ਇਧਰੋਂ ਲੰਘ ਜਾਵਾਂ, ਤੇ ਫਿਰ ਕਹਾਂ ਕਿ ਮੈਨੂੰ ਵੀ ਕੋਈ ਅਹੁਦਾ ਮਿਲ ਜਾਏ। ਯੂਨੀਵਰਸਿਟੀ ਵਿੱਚ ਗਿਆ, ਕਾਲਜ ਵਿੱਚ ਗਿਆ, ਸਕੂਲ ਵਿੱਚ ਆਰ ਪਾਰ ਹੁੰਦਾ ਰਿਹਾ। ਸਕੂਲ ਦੇ ਗਰਾਊਂਡ ਵਿੱਚ ਜਦੋਂ ਬੱਚੇ ਪੜ੍ਹ ਕੇ ਸਾਰੇ ਚਲੇ ਗਏ, ਜਾ ਕੇ ਗਰਾਊਂਡ ਵਿੱਚ ਖੇਡਦਾ ਰਿਹਾ, ਤੇ ਕੋਈ ਕਵੇ ਕਿ ਮੈਂ ਕਾਲਜ ਵਿੱਚ ਵੀ ਜਾਂਦਾ ਰਿਹਾ ਮੈਂ, ਤੇ ਕਹਿੰਦੇ ਵੀ ਤੈਨੂੰ ਅੱਖਰ ਤੇ ਲਿਖਣੇ ਨਹੀਂ ਆਉਂਦੇ, ਤੈਨੂੰ ਅੱਖਰ ਤੇ ਲਿਖਣੇ ਨਹੀਂ ਆਉਂਦੇ, ਅੱਖਰ ਤੇ ਪਾਉਣੇ ਨਹੀਂ ਆਉਂਦੇ, ਕਾਲਜ ਕੀ ਕਰਦਾ ਰਿਹਾ? ਕਹਿੰਦਾ ਮੈਂ ਖੇਡ ਕੇ ਆਉਂਦਾ ਰਿਹਾ, ਗਿਆਨ ਤੇ ਨਾ ਮਿਲਿਆ। ਹੁਣ ਕਹਿਣ ਤੋਂ ਭਾਵ ਹੈ ਅਸੀਂ ਗੁਰਦੁਆਰੇ ਆਉਨੇ ਆ, ਇੱਕ ਪਾਸੋਂ ਆਏ ਦੂਸਰੇ ਪਾਸੋਂ ਚਲੇ ਗਏ, ਪਰਿਕਰਮਾ ਕੀਤੀਆਂ, ਮੱਥਾ ਟੇਕਿਆ। ਜੋ ਗੁਰੂ ਨੇ ਗਿਆਨ ਦਿੱਤਾ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਪ੍ਰੋਫੈਸਰ ਨੇ, ਟੀਚਰ ਨੇ। ਟੀਚਰ ਕੀ ਹੈ? ਪ੍ਰੋਫੈਸਰ ਕੀ ਹੈ? ਦੁਨਿਆਵੀ ਅੱਖਰੀ ਗਿਆਨ ਦਿੰਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਅਧਿਆਤਮਿਕ ਗਿਆਨ ਦਿੰਦੇ ਨੇ, ਮਨ ਦੇ ਹਨੇਰੇ ਨੂੰ ਦੂਰ ਕਰਦੇ ਨੇ। ਜਦੋਂ ਇੱਕ ਪ੍ਰੋਫੈਸਰ ਦੇ, ਟੀਚਰ ਦੇ ਸਾਹਮਣੇ ਆਪਾਂ ਬੈਠ ਕੇ ਉਹਦਾ ਲੈਕਚਰ ਸੁਣਦੇ ਆ, ਫਿਰ ਬੜਾ ਧਿਆਨ ਨਾਲ ਸੁਣਦੇ ਆ, ਫਿਰ ਨਾਲੋਂ ਨਾਲ ਪੈਨ ਕਾਪੀ ਦੇ ਉੱਤੇ ਲਿਖੀ ਵੀ ਤੁਰੇ ਜਾਂਦੇ ਆ, ਫਿਰ ਉਹਨੂੰ ਆਪਣੇ ਜ਼ਿਹਨ ਦੇ ਵਿੱਚ ਉਤਾਰਦੇ ਆ। ਡਾਕਟਰ ਡਾਕਟਰੀ ਕਰਦਾ ਹੈ, PhD ਕਰਦਾ ਹੈ, ਦਵਾਈਆਂ ਦੇ ਨਾਮ ਚੇਤੇ ਰੱਖਦਾ ਜੀ, ਤੇ ਜੇ ਉਹਨੂੰ ਦਵਾਈਆਂ ਦੇ ਨਾਮ ਹੀ ਨਾ ਚੇਤੇ ਹੋਣ, ਕਵੇ ਮੈਂ PhD ਕਰ ਲਈ ਹੈ, ਠੀਕ ਹੈ, ਕਾਗਜ਼ ਮੇਰੇ ਕੋਲ PhD ਦੇ ਹੈਗੇ ਨੇ, ਪਰ ਦਵਾਈ ਦਾ ਨਾਂ ਨਹੀਂ ਮੈਨੂੰ ਯਾਦ ਹੈਗਾ, ਤੇ ਕਹਿਣਗੇ ਉਹਦੇ ਕੋਲ ਕੋਈ ਆਵੇਗਾ, ਕਹੇਗਾ ਡਾਕਟਰ ਹੋ ਸਕਦਾ। ਅਸੀਂ ਸਿੱਖ ਹੋ ਸਕਦੇ ਹਾਂ, ਬਾਣੀ ਪੜ੍ਹਦੇ ਜ਼ਰੂਰ ਹਾਂ, ਸਿਮਰ ਨਾ ਕਰਗੇ, ਪਰ ਗੁਰੂ ਦੇ ਸ਼ਬਦਾਂ ਦੇ ਸਾਨੂੰ ਬੋਧ ਨਾ ਹੋਵੇ, ਗਿਆਨ ਨਾ ਹੋਵੇ, ਤੇ ਫਿਰ ਕੀ ਬਣੇਗਾ ਸਾਡਾ? ਮੇਰੇ ਸਾਹਿਬ ਜੀ ਕਹਿੰਦੇ ਨੇ, ਬੰਦਿਆ ਗੁਰੂ ਦੀ ਸ਼ਰਨ ਵਿੱਚ ਆ ਤੇ ਗਿਆਨ ਲੈ, ਗਿਆਨ ਲਏਗਾ ਤੇ ਤੇਰਾ ਭੈ ਨਿਕਲ ਜਾਏਗਾ। ਭੈ ਬਿਨ ਸੇ ਨਿਰਭੈ ਪਦ ਪਾਇਆ, ਗੁਰ ਮਿਲ, ਗੁਰੂ ਨੂੰ ਮਿਲ ਕੇ। ਗੁਰੂ ਕਿਹੜਾ? ਧੰਨ ਗੁਰੂ ਨਾਨਕ ਸਾਹਿਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮਿਲ। ਅਸੀਂ ਅੱਜ ਤੱਕ ਗੁਰੂ ਨੂੰ ਮਿਲੇ ਆ? ਅਸੀਂ ਗੁਰੂ ਨੂੰ ਮਿਲੇ ਹੀ ਨਹੀਂ। ਅਸੀਂ ਗੁਰੂ ਦੀ ਗੋਦ ਵਿੱਚ ਨਹੀਂ ਬੈਠੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਰੁਮਾਲਾ ਲਾ ਕੇ ਕਦੀ ਸ਼ਬਦ ਨਹੀਂ ਪੜ੍ਹਿਆ, ਕਦੀ ਗੁਰੂ ਸ਼ਬਦ ਨੂੰ ਵਿਚਾਰਿਆ ਨਹੀਂ, ਤੇ ਫਿਰ ਗੁਰੂ ਨੂੰ ਮਿਲੇ ਕਿੱਥੇ ਅਸੀਂ? ਜਦੋਂ ਬੰਦਾ ਕਿਸੇ ਨੂੰ ਮਿਲਦਾ ਹੈ ਤੇ ਆਪਣੇ ਮਨ ਦੀ ਹਾਲਤ ਦੱਸਦਾ ਹੈ ਨਾ, ਮੈਂ ਫਲਾਨਿਆ, ਮੈਂ ਤੁਹਾਡੇ ਕੋਲ ਆਇਆ, ਮੈਨੂੰ ਫਲਾਨੇ ਨੇ ਭੇਜਿਆ ਹੈ, ਮੈਨੂੰ ਆਹ ਤੁਹਾਡੇ ਨਾਲ ਸਾਰਾ ਕੰਮ ਹੈਗਾ, ਤੇ ਫਿਰ ਮਿਲੇ ਤੇ ਉਹਨੇ ਗੱਲ ਸੁਣੀ ਤੇ ਆਪਣੀ ਗੱਲ ਦੱਸੀ, ਤੇ ਉਹਨੇ ਕੋਈ ਨਾ ਕੋਈ ਹੱਲ ਕੱਢ ਦਿੱਤਾ। ਹੁਣ ਗੁਰੂ ਨੂੰ ਤੇ ਕਦੀ ਆ ਕੇ ਅਸੀਂ ਮਿਲੇ ਹੀ ਨਹੀਂ ਹੈ, ਗੁਰੂ ਨੂੰ ਤੇ ਆਪਣੀ ਕੋਈ ਗੱਲ ਦੱਸੀ ਹੀ ਨਹੀਂ ਹੈ, ਤੇ ਗੁਰੂ ਸਾਡੀ ਗੱਲ ਦਾ ਹੱਲ ਕਿਵੇਂ ਕੱਢੇ? ਅਸੀਂ ਤੇ ਗੁਰੂ ਕੋਲ ਆਏ, ਪਰਿਕਰਮਾ ਕੀਤੀਆਂ, ਮੱਥਾ ਟੇਕੇ ਗਾਂ ਗਏ, ਗੁਰੂ ਨਾਲ ਅਸੀਂ ਗੱਲਾਂ ਨਹੀਂ ਕੀਤੀਆਂ। ਤੇ ਮੇਰੇ ਪਾਤਸ਼ਾਹ ਕਹਿੰਦੇ ਨੇ, ਜਿੰਨਾ ਚਿਰ ਗੁਰੂ ਨੂੰ ਆਪਣੀ ਬਿਰਥਾ ਦੱਸਦਾ ਨਹੀਂ, ਗੁਰੂ ਦੀ ਗੱਲ ਸੁਣਦਾ ਨਹੀਂ। ਹਾਂ, ਕਈ ਵਾਰੀ ਇੱਕ ਗੱਲ ਹੈ, ਕਈ ਵਾਰੀ ਇਹ ਕਹਿੰਦੇ ਨੇ ਅਸੀਂ ਤੇ ਗੁਰੂ ਨੂੰ ਗੱਲ ਦੱਸੀ ਜੀ, ਅਰਦਾਸ ਕਰਨੇ ਆ, ਅਸੀਂ ਗੁਰੂ ਨੂੰ ਗੱਲਾਂ ਹੀ ਦੱਸਣੇ ਆ ਨਾ। ਜਦੋਂ ਅਸੀਂ ਅਰਦਾਸ ਦੇ ਵਿੱਚ ਅਲਫਾਜ਼ ਬੋਲੀ ਜਾਂਦੇ ਆ, ਹੁਣ ਕਦੀ ਇਹ ਧਿਆਨ ਕੀਤਾ ਹੈ ਕਿ ਗੁਰੂ ਨੇ ਸਾਡੇ ਗੱਲ ਦਾ ਹੰਗਾਰਾ ਭਰਿਆ ਹੈ ਕਿ ਨਹੀਂ ਭਰਿਆ? ਹੁਣ ਬੰਦਾ ਜਦੋਂ ਬੰਦੇ ਦੇ ਨਾਲ ਗੱਲ ਕਰਦਾ ਹੈ, ਫਿਰ ਉਹਦਾ ਫੇਸ ਟੂ ਫੇਸ ਹੋ ਕੇ ਗੱਲ ਕਰਦਾ ਹੈ, ਫਿਰ ਉਹਦੇ ਵੱਲੇ ਵੇਖਦਾ ਹੈ, ਇਹ ਮੇਰੀ ਗੱਲ ਕਿੰਨੇ ਕੁ ਧਿਆਨ ਨਾਲ ਸੁਣ ਰਿਹਾ, ਇਹ ਮੇਰੀ ਗੱਲ ਦੇ ਵਿੱਚ ਇਹਨੇ ਹੰਗਾਰਾ ਭਰਿਆ ਹੈ ਕਿ ਨਹੀਂ ਭਰਿਆ। ਫਿਰ ਜਦੋਂ ਹੰਗਾਰੇ ਨਾਲ ਹੰਗਾਰਾ ਹੋ ਜਾਂਦਾ ਹੈ, ਪਤਾ ਲੱਗ ਜਾਂਦਾ ਹੈ, ਹਾਵ ਭਾਵ ਦਾ ਪਤਾ ਲੱਗ ਜਾਂਦਾ, ਫਿਰ ਉਹਦੇ ਮਨ ਵਿੱਚ ਆਸ ਵੀ ਵੱਧ ਜਾਂਦੀ ਹੈ, ਮੇਰੀ ਗੱਲ ਹੰਗਾਰੇ ਨਾਲ ਹੋ ਗਈ, ਹੁਣ ਮੇਰਾ ਇਹ ਕੰਮ ਹੋ ਜਾਏਗਾ, ਹੁਣ ਮੇਰਾ ਕਾਰਜ ਸਫਲ ਜਾਏਗਾ। ਧਿਆਨ ਦੇਈ, ਗੁਰੂ ਨੂੰ ਤੂੰ ਗੱਲ ਕਹੀ, ਗੁਰੂ ਨੇ ਤੇਰਾ ਹੰਗਾਰਾ ਭਰਿਆ ਹੈ ਕਿ ਨਹੀਂ ਭਰਿਆ, ਇਹ ਵੀ ਧਿਆਨ ਦੇਣਾ ਪੈਣਾ ਹੈ। ਕਿਉਂ ਨਹੀਂ ਭਰਿਆ? ਅਸੀਂ ਕੇਵਲ ਐਵੇਂ ਅਰਦਾਸ ਕਰ ਦਿੰਨੇ ਆ ਜਿਵੇਂ ਕਿਸੇ ਬੁੱਤ ਦੇ ਸਾਹਮਣੇ ਕਰ ਰਹੇ ਹੋਈਏ। ਗੁਰੂ ਪਿਆਰਿਓ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਅਰਦਾਸ ਕਰੀਏ ਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਐਵੇਂ ਸਮਝੋ ਕਿ ਜਿਵੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਲੇ ਥਾਂ ਤੇ ਸਰੀਰ ਕਰਕੇ ਗੁਰੂ ਨਾਨਕ ਸਾਹਿਬ ਜੀ ਬੈਠੇ ਹੋਏ ਨੇ। ਪ੍ਰਗਟ ਗੁਰਾਂ ਕੀ ਦੇਹ, ਤੇ ਅਸੀਂ ਕਹਿੰਦੇ ਆ ਨਾ, ਭੈ ਦੀ ਗੱਲ ਕਰ ਰਹੇ ਆ ਕਿ ਤੇਰੇ ਅੰਦਰ ਦਾ ਭੈ ਤਾਂ ਦੂਰ ਹੋ ਸਕਦਾ ਹੈ ਜਦੋਂ ਤੂੰ ਪ੍ਰਤੱਖ ਯਕੀਨਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਹਿੰਦੇ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰੂ ਤੇਰੀ ਯਕੀਨਨ ਬੰਦ ਖਲਾਸੀ ਕਰ ਦੇਗਾ ਜਦੋਂ ਤੂੰ ਯਕੀਨ ਕਰਕੇ ਗੁਰੂ ਨਾਨਕ ਹੀ ਜਾਣੇਗਾ ਗੁਰੂ ਗ੍ਰੰਥ ਸਾਹਿਬ ਮਹਾਰਾਜ।
ਤੇ ਗੁਰੂ ਨਾਨਕ ਜਾਣ ਕੇ ਜਦੋਂ ਤੂੰ ਮਨ ਕਰਕੇ ਦਿਲ ਕਰਕੇ ਅਰਦਾਸ ਕਰੇਗਾ ਨਾ, ਕਈ ਵਾਰੀ ਅਸੀਂ ਮਨ ਕਰਕੇ ਥੋੜੀ ਅਰਦਾਸ ਕਰਦੇ ਆ, ਤਨ ਕਰਕੇ ਕਰਦੇ ਹੁੰਨੇ ਆ। ਤੇ ਮੇਰੇ ਸਾਹਿਬ ਜੀ ਕਹਿੰਦੇ ਨੇ, ਜਿੱਦਣ ਤੂੰ ਆਪਣੇ ਭੈ ਦੂਰ ਕਰਨਾ ਚਾਹਣਾ ਹੈ ਨਾ, ਮਨ ਕਰਕੇ ਅਰਦਾਸ ਕਰ। ਤਨ ਕਰਕੇ ਅਸੀਂ ਸਾਰੇ ਕਰਦੇ ਆ, ਤੇ ਜਦੋਂ ਅਸੀਂ ਥਰਡ ਪਰਸਨ ਨੂੰ ਕੋਈ ਮਨ ਕਰਕੇ ਗੱਲ ਸੁਣਾਉਂਦੇ ਹੋਈਏ ਨਾ, ਤੇ ਕਹਿੰਦੇ ਆ ਫਲਾਣਿਆ ਕੰਨ ਦੇਈ, ਧਿਆਨ ਦੇਈ, ਮੈਂ ਗੱਲ ਪਤਾ ਤੇਰੇ ਨਾਲ ਹੀ ਕਰਨੀ ਹੈ ਗੱਲ, ਧਿਆਨ ਦੇਈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਦੇ ਕਿਹਾ ਧਿਆਨ ਦੇਈ? ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਮੇਰੀ ਗੱਲ ਧਿਆਨ ਨਾਲ ਸੁਣੋ। ਮੇਰੇ ਸਮੇਤ ਜਿੰਨੇ ਆਪਾਂ ਬੈਠੇ ਆ, ਜਿੰਨੇ ਵੀ ਇਸ ਚੈਨਲ ਮਾਧਿਅਮ ਰਾਹੀਂ ਸੁਣ ਰਹੇ ਆ, ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿਹਾ ਪਾਤਸ਼ਾਹ ਧਿਆਨ ਦੇ ਕੇ ਮੇਰੀ ਗੱਲ ਸੁਣੋ, ਮਨ ਦੇ ਕੇ ਮੇਰੀ ਗੱਲ ਸੁਣੋ। ਕਿਉਂ ਨਹੀਂ ਕਿਹਾ? ਅਸੀਂ ਗੁਰੂ ਨੂੰ ਪ੍ਰਗਟ ਗੁਰਾਂ ਕੀ ਦੇ ਜਾਣਿਆ ਹੀ ਨਹੀਂ, ਸਮਝਿਆ ਹੀ ਨਹੀਂ ਹੈ। ਅਸੀਂ ਤੇ ਕੇਵਲ ਐਵੇਂ ਬੋਲ ਕੇ ਅਰਦਾਸ ਕਰ ਜਾਂਦੇ ਆ, ਪ੍ਰਗਟ ਗੁਰਾਂ ਕੀ ਦੇ ਜਾਣਿਆ ਨਹੀਂ। ਜਿੱਦਣ ਤੂੰ ਮਨ ਕਰਕੇ ਕਵੇਂਗਾ ਨਾ, ਗੁਰੂ ਸਾਹਿਬ ਜੀ ਮੇਰੀ ਗੱਲ ਮਨ ਕਰਕੇ ਸੁਣੋ, ਧਿਆਨ ਦਿਓ ਮੇਰੀ ਗੱਲ ਵਿੱਚ। ਗੁਰੂ ਪਿਆਰਿਓ, ਅਸੀਂ ਅਰਦਾਸ ਕਰਦੇ ਆ, ਤੇ ਜਦੋਂ ਮਨ ਕਰਕੇ ਕਰੇਗਾ ਮੰਨਿਆ ਬੰਦਿਆ, ਉਦੋਂ ਜ਼ਰੂਰ ਗੁਰੂ ਕੰਨ ਦੇ ਕੇ ਸੁਣੇਗਾ। पढ़ते हैं ना, यत अर्ज गुफ्तम पेश तो दरगोश कुन करतार हका कबीर करीम तू बेऐब परवदगार दुनिया मुकामे फानी तहकीक दिलदानी। मन करके तेरी अरदास उदन होवेगी जिदन तेनू ये पता लगेगा दुनिया मुकामे, ये जिहड़े दुनिया दे मुकाम हन, जो सारा दृष्टमान सारा पसरिया होया है, जिदन तेनू ये पता लग गया दुनिया मुकामे फानी, फना होने वाला सारा संसार। अज नहीं कल हो गया, परसों हो जान, इन्हें होना ही है। दुनिया मुकामे फानी तहकीक दिलदानी मम सर मोए अजराइल। अजराइल कहते ने जमा ने मेरे केसां तो फड़िया होया है। मम सर मोए अजराइल गिरफ्ते दल हेच न दानी जन पिसर पदर बिरादरा कसनेस दस्तंगीर आखिर व्याप्तम कसनादार चूं शबद तकबीर सब रोज गस्तम दर हवा कर दे बदी ख्याल गाहे नाने की कार कर दम मम ई चीनी अहवाल बद बख्त हम चूबा खील गाफिल वे नजर बेबाक नानक बगोयद जंतुरा तेरे चक्रा पाखाक। आ अरदास कर दातिया, कन्न दे के अरदास सुन मेरी, पर कन्न दे के उदन कहांगे जिदन साडा इत्थे मन होवेगा। जिदन मन होया उदन गुरु ने भी कन्न दे देना है, ते जिदन गुरु ने कन्न दे के सुन लई, सच जानियो मेरे पातशाह जी कहंदे ने बंदिया तेरे सारे, उन्हें गल जिदन तेरा गल कन्न दे के सुन लई ना, तेरे सारे दे सारे भै अंदरों कढ के रख देगा, तेरे सारे डर दूर हो जाएंगे। मेरे साहब जी कहते ने भै बिनसे, बिनसे मीनस डर दूर, किवें? निरभव, जेड़ा भाव रहत है, जिन्हों कोई भी डर नहीं है, जिसनों रोज कही जाने निरभव निर्वैर, वो निरभव है, निर्वैर है, उन्होंने किसी नाल कोई वैर नहीं। अकाल मूरत, वो जेड़ा काल तो परे है, वो काल दे वस विच नहीं है। असी जिन्ने भी हाँ, जदों मनुख जन्म लैंदा उस वेले काल वस हो जाता है। जन्म लैंदे आ बच्चे नूं क्यों कही लोकी आउंदे ने वधाइयां देंदे ने, की ते बच्चे नूं वधाइयां काहदियां दित्तियां जांदियां ने? पुत्र तेरी लम्मी उम्र होवे। की है इहदे विच? डर छुपिया होया है ना, भै छुपिया होया है ना, भी तेरी लम्मी उम्र होवे। ना साडे कहण नाल लम्मी उम्र होनी है, ना उहदी छोटी होनी है, ना वो वड्डी होनी है। जिन्नी मेरा बापू कहंदा मरण लिखाए मंडल में आए, जो संसार में आए मौत का समा लिखिया गया। जो होना है वो होके रहना है, जो होना है वो होके रहना है। ते असी आसीस देने आ पुत्र लम्मी हजारां वरियां उम्र होवे, और साढ़े हजारां वरियां कहता नहीं होनी ना, वो तो जिन्नी लिखी गई है उन्नी होनी है। जो बंदा आउंदा संसार में लिखा के आउंदा भी इन्ने दिन रवांगा, आ जो आप वीजा वूजा लेने तो भी इमीग्रेशन से परमिशन लैनी पैंदी है भी इन्ने के दिन रवांगे चले जाएंगे मुड़ के, भावें मुक्कर मकर जाइए, तो संसार की गल है ना जी। फिर रब दे घर दे नहीं ना मुकरिया जाना, उन्होंने फड़ के अगों अगे ला के लै ही जाना है ना। वो तो कहते हैं भी इत्थे मुकर सकदा, उत्थे नहीं तो मुकर सकदा। वो तो कहते हैं चलो सिताब दीवान बुलाया हर फरमान दरगाह का आया। रब की दरगाह का तेन फरमान आया ही, छेती कर, जिस हालत विच है उसे उसे तरह तुर। इत्थे हाने बाने नहीं लगने बई अज नहीं कल चले जाऊंगा, एक दो चार दिन की 2 महीनों की होर मोहलत शोलत दे दियो,
ਇੱਥੇ ਉਹ ਗੱਲ ਕੋਈ ਨਹੀਂ ਮੁੱਲ ਤੇ ਵਾਲੀ। ਇੱਥੇ ਤੇ ਜੋ ਟਾਈਮ ਲਿਖਿਆ ਹੋਇਆ ਉਹ ਤੇ ਅਵਸ਼ ਪੂਰਾ ਹੀ ਹੋਣਾ ਹੈ। ਤੇ ਨਾਲੇ ਉਹ ਜਿਹੜੇ ਲੈਣ ਵਾਸਤੇ ਆਉਂਦੇ ਨੇ ਉਹ ਕਹਿੰਦੇ ਨੇ ਚੱਲ ਚਲੋ ਸਿਤਾਬ ਦੀਵਾਨ ਬੁਲਾਇਆ, ਦਰ ਹਾਲ ਤੁਰੰਤ ਫਰਮਾਨ ਕਿਹਦਾ ਆਇਆ? ਰੱਬ ਦੀ ਦਰਗਾਹ ਦਾ ਆਇਆ। ਪਰ ਬੰਦਾ ਬੜਾ ਸਿਆਣਾ ਹੈ, ਕਈ ਵਾਰੀ ਉਹਨੂੰ ਵੀ ਕਹਿੰਦਾ ਜਦੋਂ ਲੈਣ ਆਏ ਹੁੰਦੇ ਨੇ ਨਾ, ਕਹਿੰਦਾ ਕਰੋ ਅਰਦਾਸ, ਕਹਿੰਦਾ ਮੈਂ ਤੁਹਾਨੂੰ ਰਿਕਵੈਸਟ ਕਰਦਾ ਗਾਂਵ ਕਿਸ਼ ਬਾਕੀ, ਗਾਂਵ ਪਿੰਡ ਮੈਂ ਬੜਾ ਵੱਡਾ ਫਾਈਨੈਂਸਰ ਹਾਂ। ਹੁਣ ਤੇ ਲੋਕੀ ਸ਼ਹਿਰਾਂ 'ਚ ਕਰਦੇ ਨੇ, ਗੱਡੀਆਂ ਦੇ ਫਾਈਨੈਂਸ ਕਰਦੇ ਨੇ। ਕਹਿੰਦਾ ਮੈਂ ਬੜਾ ਵੱਡਾ ਫਾਈਨੈਂਸਰ ਹਾਂ, ਮੇਰਾ ਲੈਣਾ ਦੇਣਾ ਬੜਾ ਖਿਲ ਰਿਹਾ, ਬੜਾ ਅਡੰਬਰ ਮੈਂ ਖਿਲਾਰਿਆ ਹੋਇਆ ਹੈ, ਬੜਾ ਲੈਣਾ ਦੇਣਾ ਹੈ। ਕਰੋ ਅਰਦਾਸ, ਮੈਂ ਤੁਹਾਨੂੰ ਰਿਕਵੈਸਟ ਕਰਦਾ ਗਾਂਵ ਕਿਸ਼ ਬਾਕੀ, ਪਿੰਡ ਬੜੇ ਬਾਕੀ ਨੇ ਲੈਣ ਦੇਣ ਵਾਲੇ ਸੀ। ਕਰੋ ਅਰਦਾਸ ਗਾਂਵ ਕਿਸ਼ ਬਾਕੀ, ਲਿਹੋ ਨਬੀਰ ਆਜ ਕੀ ਰਾਤੀ, ਅੱਜ ਦੀ ਰਾਤ ਦੇ ਦਿਓ ਮੈਨੂੰ, ਅੱਜ ਦੀ ਰਾਤ ਵਿੱਚ ਮੈਂ ਸ਼ਾਮ ਤੱਕ ਸਾਰਾ ਆਪਣਾ ਕੰਮ ਕਾਰ ਸੰਭਾਲ ਲਾਂਗਾ। ਤੇ ਸਵੇਰੇ ਸੁਬਹ ਨਵਾਜ਼ ਸਰਾਈ ਗੁਜ਼ਾਰੋ, ਸਰਾਂ ਤੋਂ ਕਹਿੰਦੇ ਨੇ ਰਾਹ ਦੇ ਵਿੱਚ ਹੀ ਜਿਹੜੀ ਆਪਾਂ ਨਮਾਜ਼ ਸਵੇਰ ਦੀ ਪੜ੍ਹਨੀ ਹੈ ਨਾ, ਮੈਂ ਇੰਨੀ ਕਾਹਲੀ ਕਰਾਂਗਾ ਮੈਂ ਸਵੇਰ ਦੀ ਨਮਾਜ਼ ਵੀ ਨਹੀਂ ਪੜਾਂਗਾ, ਮੈਂ ਤੁਹਾਡੇ ਨਾਲ ਜਿੱਥੇ ਕਹੋਗੇ ਉੱਥੇ ਰਾਹ 'ਚ ਪੜ੍ਹ ਲਾਂਗਾ। ਮੈਨੂੰ ਇੱਕ ਵਾਰੀ ਇੱਕ ਰਾਤ ਦਾ ਸਮਾਂ ਦੇ ਦਿਓ। ਪਰ ਰਾਤ ਦਾ ਤੇ ਸਮਾਂ ਬਹੁਤ ਦੂਰ ਦੀ ਗੱਲ ਹੈ, ਉਹ ਤੇ ਕਹਿੰਦੇ ਨੇ ਇੱਕ ਸਵਾਸ ਦਾ ਵੀ ਨਹੀਂ ਦੇ ਸਕਦੇ, ਇੱਕ ਸਵਾਸ ਦਾ ਵੀ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਸਵਾਸ ਵੀ ਰੱਬ ਨੇ ਵੱਲੋਂ ਤੈਨੂੰ ਗਿਣ ਕੇ ਮਿਲੇ ਨੇ। ਤੇ ਜਦੋਂ ਤੇਰਾ ਜਨਮ ਹੋਇਆ ਸੀ ਉਦੋਂ ਤੇਰੇ ਸਵਾਸ ਘਟਣੇ ਸ਼ੁਰੂ ਹੋ ਗਏ ਨੇ, ਇੱਕ ਇੱਕ ਪਲ ਪਲ ਛਿਨ ਛਿਨ ਕਰਕੇ ਤੇਰੇ ਸਵਾਸ ਘਟ ਰਹੇ ਨੇ। ਬੰਦਿਆ ਕਿਹੜੀ ਗਫਲਤ ਦੀ ਨੀਂਦਰੇ ਸੁੱਤਿਆ ਹੋਇਆ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਮਨੁੱਖ ਹਮੇਸ਼ਾ ਡਰਦਾ ਹੈ ਕਿ ਮੌਤ ਨਾ ਆ ਜਾਵੇ, ਇਹ ਤੇ ਆਉਣੀ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਚਿੰਤਾ ਤਾਂ ਕੀ ਕੀਜੀਐ, ਚਿੰਤਾ ਤੇ ਉਸ ਗੱਲ ਦੀ ਕਰ। ਆ ਵੇਖੋ ਭੈ ਹੈ ਨਾ ਗੱਲ, ਮੈਂ ਜੇ ਭੈ ਤੇ ਰੁਕਿਆ ਹੋਇਆ, ਆ ਵਾਇਰਸ ਚੱਲ ਰਿਹਾ, ਲੋਕ ਆਪਣਿਆਂ ਤੋਂ ਡਰਦੇ ਹੋਏ ਨੇ, ਡਰਦੇ ਪਏ ਨੇ, ਆਪਣਿਆਂ ਤੋਂ ਡਰਦੇ ਨੇ, ਘਰ ਨਹੀਂ ਵੜਨ ਦਿੰਦੇ। ਕਹਿੰਦੇ ਨੇ ਉੱਥੇ ਸਕੂਲ 'ਚ ਰੱਖੋ, ਕੋਈ ਕਹਿੰਦਾ ਉੱਥੇ ਰਹਿਣੀ 15 ਦਿਨ ਤੇ ਜਦੋਂ ਠੀਕ ਹੋਏਗਾ ਫੇਰ ਹੀ ਆਵੀਂ। ਆਪਣਿਆਂ ਤੋਂ ਡਰਦੇ ਨੇ। ਦੂਰ ਦੀ ਗੱਲ, ਮਨੁੱਖ ਆਪਣੇ ਹੱਥਾਂ ਤੋਂ ਡਰਦਾ ਪਿਆ ਹੈ, ਆਪਣੇ ਨੱਕ ਨੂੰ ਲਾਉਣ ਲੱਗਿਆ, ਆਪਣੇ ਮੂੰਹ ਨੂੰ ਲਾਉਣ ਲੱਗਿਆ ਤਾਂ ਵੀ ਡਰਦਾ ਹੈ ਵੀ ਇਹਨੂੰ ਸਾਫ਼ ਸੂਫ ਚੰਗੀ ਤਰ੍ਹਾਂ ਕਰਕੇ ਲਾਵਾਂ ਕਿ ਮੈਨੂੰ ਵਾਇਰਸ ਮੇਰੇ ਅੰਦਰ ਨਾ ਨਿਕਲ ਜਾਏ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਬੰਦਿਆਂ ਇਹ ਤੈਨੂੰ ਹਮੇਸ਼ਾ ਡਰ ਸਤਾ ਰਿਹਾ ਹੈ। ਕਿਉਂ? ਮੌਤ ਦਾ ਡਰ। ਇਹ ਜਿਹੜਾ ਤੇਰਾ ਡਰ ਤੇਰੇ ਅੰਦਰੋਂ ਤਾਂ ਨਿਕਲ ਸਕਦਾ ਹੈ ਜਦੋਂ ਤੂੰ ਨਿਰਭਉ ਨਾਲ ਜੁੜ ਜਾਏਗਾ। ਤੇ ਨਿਰਭਉ ਨੇ ਤੈਨੂੰ ਇੰਨੀ ਗੱਲ ਕਹਿ ਦੇਣੀ ਹੈ ਵੀ ਤੈਨੂੰ ਕੋਈ ਮਾਰਨ ਵਾਲਾ ਨਹੀਂ ਹੈਗਾ। ਜਿਸ ਕਾ ਸਾਹਿਬ ਡਾਢਾ ਹੋਏ, ਜਿਹਦਾ ਮਾਲਕ ਡਾਢਾ ਹੈ ਨਾ, ਉਹਨੂੰ ਕੌਣ ਮਾਰ ਸਕਦਾ ਹੈ ਜੀ? ਉਹਨੂੰ ਕੋਈ ਮਾਰ ਹੀ ਨਹੀਂ ਸਕਦਾ, ਕਿਉਂਕਿ ਉਹਨੂੰ ਇਹ ਪਤਾ ਲੱਗ ਗਿਆ, ਉਹਦੇ ਅੰਦਰ ਇਹ ਚਾਨਣਾ ਹੋ ਗਿਆ ਵੀ ਨਾ ਸਵਾਸ ਘਟ ਸਕਦੇ ਨੇ ਨਾ ਵੱਧ ਸਕਦੇ ਨੇ। ਜਿਹੜੇ ਰੱਬ ਨੇ ਦਿੱਤੇ ਨੇ ਨਾ ਇਹ ਘਟ ਸਕਣੇ ਨੇ ਨਾ ਕੋਈ ਮਾਰ ਸਕਦਾ ਹੈ, ਤੇ ਜੇ ਮੇਰਾ ਸਮਾਂ ਆ ਗਿਆ ਤੇ ਨਾ ਹੀ ਕੋਈ ਚਵਾਲ ਸਕਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਨਿਰਭਉ, ਜਦੋਂ ਨਿਰਭਉ ਨਾਲ ਜੁੜੇਗਾ ਤੇਰੇ ਅੰਦਰ ਦਾ ਇਹ ਭਉ ਡਰ ਤੋਂ ਐ ਨਿਸ਼ਚਿੰਤ ਜਿਹਾ ਬੇਫਿਕਰ ਜਿਹਾ ਹੋ ਕੇ ਜਿਵੇਂਗਾ, ਤੇਰੇ ਅੰਦਰੋਂ ਸਾਰੇ ਸਹਿਮ ਨਿਕਲ ਜਾਣਗੇ, ਤੇਰੇ ਅੰਦਰੋਂ ਸਾਰੇ ਭਉ ਨਿਕਲ ਜਾਣਗੇ ਜਿੱਦਨ ਤੂੰ ਨਿਰਭਉ ਨਾਲ ਜੁੜ ਜਾਏਗਾ। ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ, ਭੈ ਬਿਨ ਸੇ ਨਿਰਭਉ ਹਰ ਧਿਆਇਆ, ਹਰ ਧਿਆਇਆ। ਮੇਰੇ ਸਾਹਿਬ ਜੀ ਕਹਿੰਦੇ ਹਰ ਹਰੀ ਨੂੰ ਧਿਆਇਆ, ਹਰੀ ਨੂੰ ਸਿਮਰਿਆ, ਉਸ ਪਰਮਾਤਮਾ ਨੂੰ ਚਿੱਤ ਦੇ ਵਿੱਚ ਚੇਤੇ ਰੱਖਿਆ, ਸਾਰੇ ਡਰ ਦੂਰ ਹੋ ਜਾਂਦੇ ਨੇ। ਤੇ ਗੁਰੂ ਨੂੰ ਪੁੱਛੀਏ ਵੀ ਸਤਿਗੁਰੂ ਜੀ ਉਸ ਨੂੰ ਚਿੱਤ ਵਿੱਚ ਚੇਤੇ ਕਿਵੇਂ ਰੱਖੀਦਾ? ਮੇਰੇ ਸਾਹਿਬ ਜੀ ਅੱਗੇ ਕਹਿੰਦੇ ਨੇ ਸਾਧ ਸੰਗ, ਚਿੱਤ ਵਿੱਚ ਚੇਤੇ ਰੱਖਣਾ ਹੋਵੇ ਨਾ, ਸਕੂਲੇ ਪੜ੍ਹਨ ਜਾਈਏ ਤੇ ਉੱਥੇ ਜਿਹੜੇ ਅੱਖਰ ਚਿੱਤ ਵਿੱਚ ਚੇਤੇ ਰੱਖੀਦੇ ਨੇ ਨਾ, ਬੱਚਾ ਰੱਖਦਾ ਅਹੁਦਾ ਮਿਲਦਾ ਹੈ। ਜਦੋਂ ਗੁਰਦੁਆਰੇ ਆਈਏ ਤੇ ਗੁਰੂ ਦੇ ਸ਼ਬਦ, ਸਾਧ ਸੰਗਤ ਦੇ ਵਿੱਚ ਆਈਏ ਤੇ ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਚਿੱਤ ਵਿੱਚ ਚੇਤੇ ਰੱਖ। ਤੇ ਕਿੱਥੇ ਇਹ ਸਿੱਖਿਆ ਕਿੱਥੇ ਮਿਲਦੀ ਹੈ? ਸਕੂਲ ਵਿੱਚ ਦੁਨਿਆਵੀ ਅੱਖਰਾਂ ਦਾ ਗਿਆਨ ਹੁੰਦਾ ਹੈ, ਤੇ ਗੁਰਦੁਆਰੇ ਆਈਏ ਤੇ ਗੁਰੂ ਦੀ ਮੱਤ ਦਾ ਗਿਆਨ ਹੁੰਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ ਸਾਧ ਸੰਗ, ਸੰਗ ਭਾਵ ਹੈ, ਸਾਧ ਤੋਂ ਭਾਵ ਹੈ ਗੁਰੂ, ਗੁਰੂ ਦੀ ਸੰਗਤ ਦਾ ਸੰਗ ਕਰ। ਪਰ ਅਸੀਂ ਸੰਗ ਉਹਨਾਂ ਦਾ ਕਰਦੇ ਆ ਜਿਹੜੇ ਸਾਨੂੰ ਰਾਹ ਛੱਡ ਕੇ ਰੱਬ ਤੋਂ ਦੂਰ ਲੈ ਕੇ ਜਾਂਦੇ ਨੇ। ਸੰਗ ਉਹਨਾਂ ਦਾ ਕਰਕੇ ਬੜੀ ਖੁਸ਼ੀ ਨਾਲ ਸੰਗ ਕਰਦੇ ਆ। ਮੇਰੇ ਸਾਹਿਬ ਜੀ ਕਹਿੰਦੇ ਨੇ ਸਾਧ ਸੰਗ ਆ ਕੇ, ਗੁਰੂ ਦੀ ਸੰਗਤ ਦੇ ਵਿੱਚ ਆ ਕੇ ਕੀ ਕਰ? ਹਰ ਕੇ
ਨਿਰਭਉ ਦੇ ਨਾਲ ਜੁੜਨਾ ਹੈ ਤੇ ਐਵੇਂ ਜੁੜਨਾ ਹੈ। ਅੱਗੇ ਤਰੀਕਾ ਵੀ ਦੱਸਿਆ ਨਾ, ਕਿਆ ਹਰ ਕੇ ਰੱਬ ਦੇ ਹਰੀ ਦੇ ਗੁਣ ਗਾਇਆ ਕਰ, ਉਹਦੇ ਗੁਣ ਗਾਇਆ ਕਰ। ਜਦੋਂ ਤੂੰ ਉਹਦੇ ਗੁਣ ਗਾਵੇਂਗਾ ਨਾ, ਜਿਹੜਾ ਸਾਡਾ ਨਜ਼ਦੀਕ ਹੁੰਦਾ, ਬਹੁਤ ਪਿਆਰਾ ਹੁੰਦਾ ਹੈ, ਅਸੀਂ ਉਹਦੇ ਹੀ ਗੁਣ ਗਾਉਂਦੇ ਆ ਨਾ। ਗੁਰਦੁਆਰੇ ਬੈਠੇ ਪੁੱਤਰ ਪਿਆਰਾ ਹੈ, ਤੇ ਕਈ ਵਾਰੀ ਕਥਾ ਹੁੰਦੀ ਆਂਦੀ ਆਪਣੇ ਪੁੱਤਰ ਦੀ ਗੱਲ ਕਰਦੇ ਹੁੰਦੇ ਵੀ ਮੇਰੇ ਪੁੱਤਰ ਦੇ ਵਿੱਚ ਇਹ ਕੁਆਲਿਟੀਆਂ ਨੇ, ਮੇਰੀ ਧੀ ਦੇ ਵਿੱਚ ਇਹ ਕੁਆਲਿਟੀ ਹੈ। ਇੰਨੀਆਂ ਡਿਗਰੀਆਂ ਕਰ ਲੀਆਂ ਨੇ ਉਹਨੇ, ਇੰਨੀ ਪੜ੍ਹਾਈ ਕਰ ਲਈ ਹੈ, ਕਿਉਂਕਿ ਉਹਦੇ ਨਾਲ ਪਿਆਰ ਹੈ। ਉਹ ਬੰਦਿਆ ਜਿਹਦੇ ਤੇਰਾ ਗੁਰੂ ਨਾਲ ਪਿਆਰ ਹੋਵੇ, ਜਿੱਥੇ ਬਵੇਂ ਉੱਥੇ ਗੁਰੂ ਦੀ ਗੱਲ ਕਰ, ਜਿੱਥੇ ਬਵੇਂ ਉੱਥੇ ਗੁਰੂ ਦੇ ਸ਼ਬਦ ਦੀ ਵਿਚਾਰ ਛੇੜ ਦੇ, ਜਿੱਥੇ ਬਵੇਂ ਉੱਥੇ ਆਪਣੇ ਗੁਰੂ ਦੀ ਗੱਲ ਕਰ। ਜੇ ਤੇਰਾ ਗੁਰੂ ਦੇ ਨਾਲ ਪਿਆਰ ਹੈ ਤੇ ਜੇ ਗੁਰੂ ਨਾਲ ਤੇਰਾ ਇਹੋ ਜਿਹਾ ਸਨੇਹ ਪੈ ਗਿਆ, ਤੇਰੇ ਅੰਦਰ ਤੇ ਭਉ ਰਹਿਣਾ ਹੀ ਨਹੀਂ। ਤੂੰ ਤੇ ਹੋਰਾਂ ਦੇ ਕਈਆਂ ਦੇ ਭਉ ਦੂਰ ਕਰ ਦੇਂਗਾ, ਤੂੰ ਹੋਰਾਂ ਨੂੰ ਕਈਆਂ ਨੂੰ ਨਿਡਰ ਕਰ ਦੇਂਗਾ, ਡਰ ਤੋਂ ਰਹਿਤ ਕਰ ਦੇਵੇਂਗਾ। ਪਰ ਗੱਲ ਕੀ ਹੈ, ਸਾਧ ਸੰਗ ਹਰ ਕੇ, ਗੁਰੂ ਦੀ ਸੰਗਤ ਵਿੱਚ ਆ ਕੇ ਗੱਲਾਂ ਆਪਣੀਆਂ ਨਾ ਕਰਿਆ ਕਰ, ਹੋਰ ਨਾ ਕਰਿਆ ਕਰ, ਗੱਲ ਗੁਰੂ ਦੀ ਕਰਿਆ ਕਰ, ਗੁਰੂ ਦੇ ਗੁਣ ਗਾਇਆ ਕਰ। ਫਿਰ ਜੀ ਕੀ ਹੋਵੇਗਾ? ਫਿਰ ਮੇਰੇ ਸਾਹਿਬ ਜੀ, ਮੈਂ ਤੇ ਇਸ ਤਰ੍ਹਾਂ ਪੁੱਛਣਾ, ਜਿਵੇਂ ਕਿਸੇ ਆਪਣੇ ਸਾਹਮਣੇ ਬੈਠਾ ਹੋਵੇ ਨਾ ਕੋਈ ਪ੍ਰੋਫੈਸਰ, ਤੇ ਜਿਹੜਾ ਸਿੱਖ ਹੈ ਉਹਨੂੰ ਵਾਰ-ਵਾਰ, ਜਿਹੜਾ ਸਿਖਿਆਰਥੀ, ਜਿਹੜਾ ਵਿਦਿਆਰਥੀ ਹੈ ਨਾ, ਵਾਰ-ਵਾਰ ਪੁੱਛੇ ਸਰ ਇਹ ਕਿਵੇਂ ਹੋਏਗਾ, ਤੇ ਉਹ ਜ਼ਰੂਰ ਹੱਲ ਦੱਸਦਾ ਹੈ। ਮੈਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਤੁਕ ਦੇ ਕੋਲੋਂ ਪੁੱਛਿਆ ਕਰੀਏ ਵੀ ਸਤਿਗੁਰੂ ਫਿਰ ਕੀ ਹੋਏਗਾ, ਤੇ ਗੁਰੂ ਨਾਲੋਂ ਨਾਲ ਹੀ ਦੱਸੀ ਜਾਏਗਾ। ਗੁਰੂ ਨੂੰ ਪੁੱਛੋ। ਹੁਣ ਅਗਲੀ ਤੁਕ ਵਿੱਚ ਪੁੱਛਨੇ ਆ ਗੁਰੂ ਕੋਲੋਂ ਕੀ ਹੋਏਗਾ। ਗੁਰੂ ਸਾਹਿਬ ਜੀ ਕੱਲ, ਗੁਰੂ ਸਾਹਿਬ ਜੀ ਕੀ ਕਹਿੰਦੇ ਨੇ? ਪੁੱਛਿਆ ਕਿਆ ਕੱਲ ਕਲੇਸ਼, ਗੁਰੂ ਦੀ ਸੰਗਤ ਵਿੱਚ ਆਇਆ, ਗੁਰੂ ਦੀ ਬਾਣੀ ਪੜ੍ਹਿਆ, ਗੁਰੂ ਦੇ ਗੁਣ ਗਾਇਆ, ਹੋਵੇਗਾ ਕੀ? ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਕੱਲ ਕਲੇਸ਼, ਕਲਾ ਜਿਹਨੂੰ ਕਹਿੰਦੇ ਨੇ ਝਗੜਾ, ਕਲੇਸ਼, ਮੁਸੀਬਤਾਂ, ਤਿੰਨੇ ਤਾਪ ਨਿਵਾਰਣ ਹਾਰਾ, ਦੁਖ ਹੰਤਾ ਸੁਖ ਰਾਸ, ਤਾਂ ਕੋ ਬਿਗਨ ਨ ਕੋ ਲਾਗੈ, ਜਾਂ ਕੀ ਪ੍ਰਭ ਆਗੈ ਅਰਦਾਸ। ਗੁਰੂ ਦੇ ਕੋਲ ਆਇਆ, ਗੁਰੂ ਕੀ ਬਾਣੀ ਪੜ੍ਹਿਆ, ਗੁਰੂ ਕੀ ਸੰਗਤ ਕਰਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਫਿਰ ਕੀ ਹੋਏਗਾ ਪਤਾ ਹੈ? ਕੱਲ ਦਾ ਅਰਥ ਕਰ ਦਿਓ ਕਲਾ। ਕਹਿੰਦੇ ਆ ਵੀ ਫਲਾਣਾ ਆ ਗਿਆ ਤੇ ਉਹਨੇ ਤੇ ਕਲਾ ਹੀ ਕੋਈ ਨਾ ਕੋਈ ਵਰਤਾ ਦੇਣੀ ਹੈ। ਪੰਜਾਬੀ ਬੋਲੀ ਹੈ ਨਾ ਸਾਡੀ, ਉਹ ਆ ਗਿਆ, ਬਸ ਕਲਾ ਦੀ ਜੜ ਹੀ ਹੈ, ਇਹ ਤੇ ਕਲਾ ਕੋਈ ਨਾ ਕੋਈ ਵਰਤਾਏਗਾ। ਤੇ ਇਹੋ ਜੀ ਕਲਾ ਉਹ ਮਰੋੜਦਾ ਹੈ ਤੇ ਉੱਥੇ ਕਲੇਸ਼ ਬਣ ਜਾਂਦਾ। ਉੱਥੇ ਉਹ ਕਲਾ ਇਹੋ ਜੀ ਮਰੋੜਦਾ ਹੈ, ਉੱਥੇ ਰੰਗ ਵਿੱਚ ਭੰਗ ਪੈ ਜਾਂਦਾ, ਕਲੇਸ਼ ਬਣ ਜਾਂਦਾ ਹੈ। ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਬੰਦਿਆ, ਤੇਰੀ ਜ਼ਿੰਦਗੀ ਦੇ ਵਿੱਚ ਜਿਹੜੇ ਇਹ ਝਗੜੇ ਨੇ, ਇਹ ਕਲੇਸ਼ ਬਣੇ ਹੋਏ ਨੇ, ਇਹ ਵਿਪਤਾਵਾਂ ਬਣੀਆਂ ਹੋਈਆਂ ਨੇ। ਜੇ ਤੂੰ ਗੁਰੂ ਕੀ ਸੰਗਤ ਵਿੱਚ ਆ ਕੇ ਕਰੇ ਕੀ? ਗੁਰ ਸ਼ਬਦ ਨਿਵਾਰੇ, ਗੁਰੂ ਦੀ ਸੰਗਤ ਵਿੱਚ ਆ ਕੇ ਗੁਰੂ ਦੇ ਗੁਣ ਗਾ, ਗੁਰੂ ਦੇ ਸ਼ਬਦ ਨਾਲ ਜੁੜ, ਤੇ ਗੁਰੂ ਕੀ ਕਰੇਗਾ ਫਿਰ? ਗੁਰੂ ਸ਼ਬਦ ਨਿਵਾਰੇ, ਗੁਰੂ ਦੇ ਸ਼ਬਦ ਰਾਹੀਂ। ਨਿਵਾਰੇ ਤੋਂ ਭਾਵ ਹੈ ਤੇਰੇ ਸਾਰੇ ਭੈ, ਤੇਰੇ ਸਾਰੇ ਜਿਹੜੇ ਅੰਦਰ ਦੇ ਸਹਿਮਪੁਣਾ, ਡਰ ਹੈ, ਗੁਰੂ ਕੱਢ ਕੇ ਬਾਹਰ ਰੱਖ ਦੇਗਾ। ਜਿਵੇਂ ਆਪਰੇਸ਼ਨ ਕਰਦੇ ਨੇ ਨਾ ਡਾਕਟਰ, ਤੇ ਜਿਹੜਾ ਅੰਦਰ ਫੋੜਾ, ਕੋਈ ਫੁੰਸੀ ਫੋੜਾ ਹੋਵੇ ਨਾ, ਉਮਰ ਥਲ ਜਿਹਨੂੰ ਕਹਿੰਦੇ ਨੇ, ਉਹਨੂੰ ਕੱਢ ਕੇ ਆਪਰੇਸ਼ਨ ਕਰਕੇ ਬਾਹਰ ਰੱਖ ਦੇਣ, ਕਹਿ ਜਾ ਹੁਣ ਤੂੰ ਮਰਦਾ ਨਹੀਂ, ਹੁਣ ਠੀਕ ਹੋ ਗਿਆ ਬਿਲਕੁਲ। ਤੇ ਉਹ ਜੇ ਉਹਨੂੰ ਕੌਨਫੀਡੈਂਸ ਦੇ ਨਾਲ ਕਹਿੰਦੇ ਨੇ ਡਾਕਟਰ, ਤੇ ਉਹ ਜੇ ਮਰਨਾ ਵੀ ਹੋਵੇ ਤਾਂ ਵੀ ਛੇਤੀ ਨਹੀਂ ਮਰਦਾ, ਕਹਿੰਦਾ ਵੀ ਹੁਣ ਡਾਕਟਰਾਂ ਨੇ ਮੈਨੂੰ ਕਹਿ ਦਿੱਤਾ ਮੈਂ ਠੀਕ ਹੋ ਗਿਆ। ਗੁਰੂ ਪਿਆਰਿਓ, ਗੁਰੂ ਸਵਾਰਿਓ, ਗੁਰੂ ਕੀ ਕਰਦਾ ਹੈ? ਇਹ ਸਾਡੇ ਅੰਦਰ ਜਿਹੜੇ ਵਿਕਾਰਾਂ ਰੂਪੀ ਫੋੜਾ ਹੈ, ਚਿੰਤਾਵਾਂ ਝੋਰੀਆਂ ਨੇ, ਇਹ ਬਾਹਰ ਕੱਢ ਕੇ ਰੱਖ ਦਿੰਦਾ ਹੈ। ਤੇ ਫਿਰ ਜਦੋਂ ਬਾਹਰ ਕੱਢ ਦਿੰਦਾ ਹੈ, ਸੁੱਖ ਸਾਰੇ ਸੁੱਖ ਇਹ ਨਹੀਂ ਹੈ ਤਨ ਦੇ ਸੁੱਖ, ਅਸੀਂ ਮੇਰੀ ਗੱਲ ਕਰਦੇ ਹਾਂ। ਮੇਰੇ ਪਾਤਸ਼ਾਹ ਨੇ ਜਦੋਂ ਗੁਣ ਗਾਏ, ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਨੂੰ ਧਿਆਇਆ, ਫਿਰ ਸੁੱਖ ਸਾਰੇ ਸੁੱਖ ਮਿਲ ਗਏ। ਸਾਰੇ ਸੁੱਖ ਕਿਹੜੇ? ਇੱਕ ਤੇ ਤਨ ਦਾ ਨਿਰਾ ਸੁੱਖ ਹੈ ਨਾ, ਇਹਦਾ ਹੀ ਅਸੀਂ ਸਾਰੇ ਸੁੱਖਾਂ ਨੂੰ, ਜਿਹੜੇ ਤਨ ਦੇ ਸੁੱਖ ਨੇ, ਇਹਨਾਂ ਨੂੰ ਹੀ ਸੁੱਖ ਮੰਨੀ ਬੈਠੇ ਆ। ਤਨ ਦੇ ਤੇ ਸੁੱਖ ਨੇ, ਘਰ ਵੀ ਹੈ, ਕਾਰ ਵੀ ਹੈ, ਪਰਿਵਾਰ ਵੀ ਹੈ, ਧੀਆਂ ਵੀ ਨੇ, ਪੁੱਤਰ ਵੀ ਨੇ, ਹਰ ਵਸਤੂ ਹੈ, ਹਰ ਸੁੱਖ ਹੈ ਮਨੁੱਖ ਨੂੰ ਮਿਲਿਆ ਹੋਇਆ। ਫਿਰ ਮਨੁੱਖ ਦੁੱਖ ਕਿਉਂ ਹੈ, ਦੁਖੀ ਕਿਉਂ ਹੋ ਰਿਹਾ ਹੈ? ਮਨ ਕਰਕੇ ਫਿਰ ਵੀ ਤੜਫੀ ਜਾ ਰਿਹਾ। ਤਨ ਨੂੰ ਸਕਿਨ ਜਿਹਨੂੰ ਜਿਹੜੀ ਹੈ ਨਾ, ਏਸੀ ਲੱਗੇ ਹੋਏ ਨੇ, ਠੰਡ ਤੇ ਹੈ, ਪਰ ਵਿਲਕ ਕਿਉਂ ਰਿਹਾ ਬਈ? ਤੜਫ ਕਿਉਂ ਰਿਹਾ ਹੈ?
ਪ੍ਰਸ਼ਾਦਾ ਵੀ ਸੋਹਣਾ ਮਿਲਿਆ, ਘਰ ਵੀ ਪਲੰਘ ਵੀ ਬੜਾ ਸੋਹਣਾ ਹੈ, ਤੇ ਮੰਜੇ ਤੇ ਪਿਆ ਤੜਫੀ ਕਿਉਂ ਜਾਣਾ? ਤੈਨੂੰ ਗੋਲੀਆਂ ਦੀ ਲੋੜ ਕਿਉਂ ਪੈ ਰਹੀ ਹੈ ਵੀ ਦਵਾਈ ਖਾਵੇਂਗਾ ਤਾਂ ਹੀ ਨੀਂਦਰ ਆਵੇਗੀ? ਕਿਉਂਕਿ ਮਨ ਦੇ ਵਿੱਚ ਭੈ ਚੱਲ ਰਿਹਾ ਹੈ, ਮਨ ਦੇ ਵਿੱਚ ਡਰ ਚੱਲ ਰਿਹਾ ਹੈ, ਤਾਂ ਹੀ ਟੇਬਲੇਟ ਦੀ ਜ਼ਰੂਰਤ ਪਈ ਹੈ। ਨਹੀਂ ਤੇ ਜੇ ਚਿੰਤਾ ਝੋਰੇ ਨਾ ਹੁੰਦੇ ਤੇ ਸੌਂਦਿਆਂ ਹੀ ਨੀਂਦਰ ਆ ਜਾਣੀ ਸੀ। ਉਸੇ ਵੇਲੇ ਮੇਰੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਐ ਬੰਦਿਆ ਧਿਆਨ ਦੇ, ਜੇ ਤੂੰ ਉਸ ਮਾਲਕ ਨਾਲ ਜੁੜ ਜਾਵੇਂ, ਸੁੱਖ ਸਾਰੇ ਸਾਰੇ ਸੁੱਖ ਕਿਹੜੇ ਆਵਣ ਜਾਣ ਰਹੇ। ਜਿਹੜਾ ਆਉਣ ਤੇ ਜਾਣ ਦਾ ਦੁੱਖ ਹੈ ਨਾ, ਮੁੱਕ ਜਾਏਗਾ। ਆਉਣ ਜਾਣ ਦਾ ਹੀ ਨਹੀਂ, ਇੰਡੀਆ ਤੋਂ ਇੱਥੇ ਆਉਣਾ, ਇੱਥੋਂ ਉੱਥੇ ਚਲ, ਇਹ ਦੁੱਖ ਨਹੀਂ। ਉਹ ਵੀ ਮੈਂ ਕਈ ਵਾਰੀ ਵੇਖਿਆ, ਏਅਰਪੋਰਟ ਤੇ ਵੇਖੀਏ, ਜਦੋਂ ਕੋਈ ਮਿਲਦਾ ਹੈ ਨਾ, ਮਾਂ ਮਿਲਦੀ ਹੈ ਆਪਣੇ ਪੁੱਤਰ ਨੂੰ, ਅੱਖਾਂ ਵਿੱਚ ਅਥਰੂ ਹੁੰਦੇ ਨੇ, ਉਹ ਅਥਰੂ ਕੁਛ ਮਿਲਾਪ ਦੇ ਹੁੰਦੇ ਨੇ, ਪਰ ਜਦੋਂ ਚੜਾਉਂਦੇ ਨੇ ਏਅਰਪੋਰਟ ਤੇ ਚੜਾਉਣ, ਕਈ ਕਿੰਨੇ ਸਾਰੇ ਆਏ ਹੁੰਦੇ ਨੇ, ਸਾਰਿਆਂ ਦੀਆਂ ਅੱਖਾਂ ਸੇਜੜੀਆਂ ਹੁੰਦੀਆਂ ਨੇ। ਉਹਨੇ ਸਾਲ ਬਾਅਦ ਆਉਣਾ ਹੈ ਕਿ 2 ਸਾਲ ਬਾਅਦ ਆਉਣਾ ਹੈ? ਜੇ ਪੱਕੇ ਕੰਮ ਦਾ ਕਰੇ ਚੱਕਰ ਪਾ ਲਿਆ, ਕਰੇ 5 ਸਾਲ ਹੀ ਲੰਘ ਜਾਣੇ ਨੇ, ਕਿ 7 ਸਾਲ ਲੰਘ ਜਾਣੇ ਨੇ, ਕੋਈ ਪਤਾ ਨਹੀਂ ਕਦੋਂ ਮਿਲਣਾ ਹੈ। ਆਹ ਦੁੱਖ, ਸੰਸਾਰੀ ਦੁੱਖ ਸਾਨੂੰ ਦਿਸਦਾ ਹੈ, ਪਰ ਮੇਰੇ ਪਾਤਸ਼ਾਹ ਕਹਿੰਦੇ ਨੇ ਆਹ ਦੁੱਖ ਦੀ ਗੱਲ ਛੱਡ, ਇਹ ਦੁੱਖ ਤੇ ਸੁੱਖ ਦੁੱਖ ਤੇ ਚੱਲਦਾ ਰਹਿੰਦਾ। ਆਹ ਦੇਖ ਤੈਨੂੰ ਇਦੋਂ ਵੱਡਾ ਦੁੱਖ ਲੱਗਾ ਹੋਇਆ ਹੈ, ਆਵਣ ਜਾਣ ਰਹੇ, ਆਉਣਾ ਜਾਣਾ, ਜੰਮਣਾ ਤੇ ਮਰਨਾ, ਵਾਰ-ਵਾਰ ਮਾਂ ਦੀ ਕੁੱਖ ਵਿੱਚ ਪੁੱਠਾ ਲਟਕਣਾ ਸਭ ਤੋਂ ਵੱਡਾ ਦੁੱਖ ਆਏ। ਤੇ ਮੈਂ ਇੱਕ ਦਿਨ ਅੱਗੇ ਵੀ ਕਿਹਾ ਸੀ, ਤੇ ਬੰਦਾ 1 ਸਾਲ ਦਾ ਹੋ ਜਾਂਦਾ ਨਾ ਬੱਚਾ, ਮਨੁੱਖ ਜਨਮ ਦਿਨ ਬੜੇ ਬਣਾਉਂਦੇ ਨੇ, ਬੜੇ ਕੇਕ ਸ਼ੇਕ ਕੱਟਦੇ ਨੇ, ਬੜੇ ਭੰਗੜੇ ਪਾਉਂਦੇ ਨੇ, ਨਸ਼ੇ ਪਤੇ ਵਰਤਦੇ ਨੇ। ਮੇਰੇ ਸਾਹਿਬ ਜੀ ਨੂੰ ਪੁੱਛੋ, ਮੇਰਾ ਸਤਿਗੁਰੂ ਜੀ ਕਹਿੰਦੇ ਨੇ ਜੇ ਮਰਨ ਦਾ ਦੁੱਖ ਹੈ ਤੇ ਭੋਲਿਓ ਜੰਮਣ ਦਾ ਵੀ ਦੁੱਖ ਹੈ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ, ਮਿਰਤ ਮੀਨਸ ਮੌਤ, ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਨਾ ਉਥੇ ਮੌਤ ਹੈ। ਨਾਨਕ ਆਖਦਾ ਹੈ ਮਨੁੱਖ ਜਿਹੜਾ ਰੱਬ ਦੇ ਨਾਲ ਜੁੜ ਜਾਂਦਾ ਉਹਨੂੰ ਉਹ ਟਿਕਾਣਾ ਮਿਲ ਜਾਂਦਾ, ਨਾ ਜਿੱਥੇ ਮਿਰਤ, ਨਾ ਜਨਮ ਤੇ ਨਾ ਜਰਾ। ਜਰਾ ਕਹਿੰਦੇ ਨੇ ਬੁਢੇਪੇ ਨੂੰ, ਨਾ ਉਥੇ ਮੌਤ ਹੈ ਨਾ ਉਥੇ ਜਨਮ ਹੈ। ਜੇ ਜਨਮ ਹੋਵੇਗਾ ਤੇ ਮੌਤ ਹੋਏਗੀ, ਜੇ ਜਨਮ ਹੀ ਨਹੀਂ ਹੈ ਤੇ ਮੌਤ ਵੀ ਨਹੀਂ ਹੈ, ਤੇ ਨਾ ਬੁਢੇਪਾ ਹੈ। ਆਹ 3 ਹੀ ਦੁੱਖ, ਬੁਢੇਪਾ ਜਿਹੜਾ ਆਉਂਦਾ ਹੈ ਨਾ ਮਨੁੱਖ ਨੂੰ ਬੜਾ ਸਤਾਉਂਦਾ ਹੈ। ਘਰ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਵੀ ਆਸ਼ਰਮ ਚ ਛੱਡ ਆਉਂਦੇ ਨੇ, ਬਿਰਧ ਆਸ਼ਰਮ ਵਿੱਚ। ਤੇ ਮੈਂ ਇੱਕ ਗੱਲ ਇਹ ਨਾਲ ਕਹਿੰਦਿਆਂ ਹੋਇਆਂ ਕਹਿ ਦੇਵਾਂ, ਜਿਹੜੇ ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਨੇ, ਅੱਗੇ ਤੁਹਾਡੇ ਵੀ ਬੱਚੇ ਤੁਹਾਨੂੰ ਉਦੋਂ ਵੀ ਦੂਰ ਬਿਰਧ ਆਸ਼ਰਮ ਚ ਛੱਡ ਕੇ ਆਉਣਗੇ। ਮਤ ਜਾਣਿਓ ਕਿ ਜੇ ਤੁਸੀਂ ਅੱਜ ਬਿਰਧ ਆਸ਼ਰਮ ਵਿੱਚ ਛੱਡ ਆਏ ਹੋ ਤੇ ਆਪਣੇ ਬਾਪੂ ਦੀ, ਆਪਣੀ ਮਾਤਾ ਦੀ ਸੇਵਾ ਨਹੀਂ ਕਰਦੇ, ਬਾਹਰ ਜਿੰਨੇ ਮਰਜ਼ੀ ਕੰਬਲ ਵੰਡਦੇ ਫਿਰ ਦੋ, ਬਾਹਰ ਜਿੰਨੇ ਮਰਜ਼ੀ ਲੰਗਰ ਲਾਉਂਦੇ ਫਿਰੋ, ਜੇ ਆਪਣੇ ਪਿਤਾ ਨੂੰ, ਆਪਣੇ ਬਾਪੂ ਨੂੰ, ਆਪਣੀ ਮਾਂ ਨੂੰ ਨਹੀਂ ਨਾ ਤੁਸੀਂ ਦਵਾਈ ਟਾਈਮ ਨਾਲ ਦਿੱਤੀ, ਉਹਦਾ ਕੋਈ ਕੱਪੜਾ ਲੀੜਾ ਟਾਈਮ ਨਾਲ ਸਾਫ਼ ਨਹੀਂ ਕੀਤਾ, ਤੇ ਨਵੇਂ ਜਿੰਨੇ ਮਰਜ਼ੀ ਵੰਡਦੇ ਫਿਰਿਆ ਜੇ, ਕੋਈ ਲਾਭ ਨਹੀਂ ਜੇ। ਜੇ ਤੁਸੀਂ ਜਿਨ੍ਹਾਂ ਨੇ ਤੁਹਾਨੂੰ ਜਨਮਿਆ, ਜਿਨ੍ਹਾਂ ਨੇ ਜਣੇਪਾ ਦਿੱਤਾ, ਉਹਨਾਂ ਦੇ ਨਹੀਂ ਬਣੇ ਤੇ ਹੋਰਾਂ ਦੇ ਕੀ ਤੁਸੀਂ ਸੇਵਾ ਕਰਕੇ ਕਰ ਸਕਦੇ ਹੋ? ਉਹਨਾਂ ਦੀ ਪਹਿਲਾਂ ਸੇਵਾ ਕਰੋ, ਜਿਨ੍ਹਾਂ ਨੇ ਜਨਮ ਦਿੱਤਾ ਹੈ, ਜਿਨ੍ਹਾਂ ਨੇ ਇੱਥੋਂ ਤੱਕ, ਮੈਂ ਇੱਕ ਹੋਰ ਦਿਆਂਗਾ ਇਹ ਮੈਸੇਜ ਕਿ ਜਿਨ੍ਹਾਂ ਨੇ ਇੱਥੋਂ ਤੱਕ ਤੁਹਾਨੂੰ ਭੇਜਿਆ ਹੈ, ਉਹਨਾਂ ਦਾ ਵੀ ਕਦੀ ਪਿੱਛੇ ਖਿਆਲ ਕਰਿਆ ਕਰੋ, ਉਹਨਾਂ ਦਾ ਵੀ ਧਿਆਨ ਕਰੋ। ਜਿਨ੍ਹਾਂ ਨੇ ਆਪਣੇ ਉੱਤੇ ਜ਼ਫਰ ਜਾਲ ਕੇ ਜਿਹੜੀ ਕਿੱਲਾ ਪੈਲੀ ਸੀ ਬਾਪੂ ਨੂੰ ਵੇਚ ਦਿੱਤੀ, ਗਹਿਣੇ ਪਾ ਦਿੱਤੀ, ਉਹ ਲੋਕਾਂ ਦੇ ਭਾਂਡੇ ਮਾਂਜ ਕੇ ਤੈਨੂੰ ਪੜ੍ਹਾਇਆ ਤੇ ਪੜ੍ਹਾ ਕੇ ਤੈਨੂੰ ਇੱਥੋਂ ਤੱਕ ਪਹੁੰਚਾਇਆ। ਅੱਜ ਮਾਂ ਵੀ ਨਹੀਂ ਯਾਦ ਆਉਂਦੀ ਤੈਨੂੰ, ਅੱਜ ਪਿਤਾ ਨਹੀਂ ਯਾਦ ਆਉਂਦਾ, ਅੱਜ ਉਹਦੇ ਤੈਨੂੰ ਕੱਪੜੇ ਦਿਸਦੇ ਨੇ, ਅੱਜ ਤੈਨੂੰ ਉਹਦੀ ਬੋਲ ਬਾਣੀ ਤੇ ਉਹਦਾ ਤੈਨੂੰ ਬੈਠਣਾ ਉੱਠਣਾ ਦਿਸਦਾ ਏ। ਇਹਨੂੰ ਤੇ ਮੇਰੇ ਦੋਸਤਾਂ ਦੇ ਸਾਹਮਣੇ ਮਾਂ ਆ ਗਈ, ਤੈਨੂੰ ਤੇ ਬਹਿਣਾ ਹੀ ਨਹੀਂ ਆਉਂਦਾ ਕਮਲੀ ਨੂੰ, ਇਹਨੂੰ ਇੱਥੇ ਕਿੱਥੇ ਲਿਆਉਣਾ ਹੈ? ਇਹ ਬਾਪੂ ਨੂੰ ਤੇ ਬੋਲਣਾ ਹੀ ਨਹੀਂ ਆਉਂਦਾ, ਸਿੱਧੀ ਜੀ ਜਟਕੀ ਜੀ ਪੰਜਾਬੀ ਬੋਲਦਾ ਹੈ। ਪਰ ਪੁੱਤਰਾ ਤੈਨੂੰ ਤੇ ਉਹਨੇ ਪੜ੍ਹਾ ਦਿੱਤਾ ਨਾ, ਤੈਨੂੰ ਤੇ ਫ੍ਰੈਂਚਿਸ ਬੋਲਣੀ ਸਿਖਾ ਦਿੱਤੀ ਨਾ, ਤੈਨੂੰ ਤੇ ਉਹਨੇ ਇੰਗਲਿਸ਼ ਪੜ੍ਹਨੀ ਸਿਖਾ ਦਿੱਤੀ। ਅੱਜ ਤੈਨੂੰ ਉਹ ਦਿਸਦਾ ਹੈ ਵੀ ਇਹਨੂੰ ਬੋਲਣਾ ਨਹੀਂ ਆਉਂਦਾ, ਇਹਨੂੰ ਬਹਿਣਾ ਨਹੀਂ ਆਉਂਦਾ, ਇਹਨੂੰ ਕੱਪੜੇ ਵੀ ਨਹੀਂ ਪਾਉਣੇ ਆਉਂਦੇ। ਅੱਜ ਤੈਨੂੰ ਉਹਨਾਂ ਦੇ ਵਿੱਚੋਂ ਆਹ ਕੁਝ ਦਿਸਣ ਲੱਗ ਪਿਆ। ਧਿਆਨ ਦਿਆ, ਜਿਹੜੇ ਐਵੇਂ ਜੀ ਬਿਰਤੀ ਵਾਲੇ ਨੇ, ਮੈਂ ਕਹਿੰਦਾ ਰੱਬ ਉਹਨਾਂ ਤੇ ਖੁਸ਼ ਨਹੀਂ ਹੋ ਸਕਦਾ। ਜੇ ਰੱਬ ਨੂੰ ਖੁਸ਼ ਕਰਨਾ ਹੈ, ਗੁਰੂ ਨੂੰ ਖੁਸ਼ ਕਰਨਾ ਹੈ, ਤੇ ਇਸ ਪਾਸੇ ਸਾਨੂੰ ਸਾਰਿਆਂ ਨੂੰ ਭਾਈ ਧਿਆਨ ਦੇਣਾ ਪੈਣਾ ਹੈ। ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਸ਼ਬਦ ਦੀ
ਵਿਚਾਰ ਕਰਕੇ ਅੱਗੇ ਚੱਲਾਂ। ਮੇਰੇ ਸਾਹਿਬ ਜੀ ਕਹਿ ਰਹੇ ਨੇ, ਸਾਧ ਸੰਗ ਹਰ ਕੇ ਗੁਣ ਗਾਇਆ। हे ਮਨੁੱਖ, ਤੂੰ ਗੁਰੂ ਦੇ ਗੁਣ ਗਾ, ਤੇ ਜਦੋਂ ਗੁਣ ਗਾਏਗਾ ਫਿਰ ਹੋਵੇਗਾ ਕੀ? ਕਿਆ ਚਰਨ ਕਵਲ ਰਿਦ ਅੰਤਰ ਧਾਰੇ। ਚਰਨ ਕਵਲ, ਜਦੋਂ ਗੁਰੂ ਦੇ ਉਪਦੇਸ਼, ਚਰਨ ਦਾ ਅਰਥ ਕਰਾਂਗੇ ਇੱਥੇ ਉਪਦੇਸ਼, ਗੁਰੂ ਦੀ ਸਿੱਖਿਆ। ਜਦੋਂ ਤੂੰ ਗੁਰੂ ਦਾ ਉਪਦੇਸ਼, ਗੁਰੂ ਦੀ ਸਿੱਖਿਆ ਆਪਣੇ ਹਿਰਦੇ ਦੇ ਵਿੱਚ ਵਸਾ ਲਏਗਾ ਨਾ, ਫਿਰ ਕੀ ਹੋਵੇਗਾ? ਚਰਨ ਤੇ ਕਵਲ, ਕਵਲ ਨਾਲ ਆ ਗਿਆ। ਗੁਰੂ ਦੇ ਚਰਨ ਜਿਹੜੇ ਨੇ ਕਵਲ ਵਰਗੇ, ਇਹਦੇ ਅਰਥ ਕਰ ਦਈਏ। ਪਰ ਥੋੜਾ ਜਿਹਾ ਬਰੀਕੀ ਵਿੱਚ ਜਾ ਕੇ ਕਰੀਏ। ਮੇਰੇ ਪਾਤਸ਼ਾਹ ਦੇ ਨੇ, ਜੇ ਤੂੰ ਗੁਰੂ ਦੀ ਸਿੱਖਿਆ ਆਪਣੇ ਹਿਰਦੇ ਦੇ ਵਿੱਚ ਵਸਾ ਲਈ, ਤੇ ਗੁਰੂ ਦੀ ਸਿੱਖਿਆ ਚਰਨ ਨੇ, ਗੁਰੂ ਦੇ ਗੁਰ ਕੇ ਚਰਨ ਹਿਰਦੈ ਵਸਾਵੋ ਵਾਲੀ ਜੇ ਤੇਰੀ ਅਵਸਥਾ ਬਣ ਗਈ, ਗੁਰੂ ਦੀ ਸਿੱਖਿਆ ਹਿਰਦੇ ਵਿੱਚ ਵਸਾਈ, ਤੇ ਤੇਰਾ ਹਿਰਦਾ ਰੂਪੀ ਕੌਲ ਸਦਾ ਖਿੜਿਆ ਰਹੇਗਾ। ਜਿਵੇਂ ਪਾਣੀ ਹੋਵੇ ਤੇ ਕੌਲ ਫੁੱਲ ਖਿੜਿਆ ਰਹਿੰਦਾ ਹੈ, ਸਿੱਖਾ ਜੇ ਤੇਰੇ ਹਿਰਦੇ ਘਰ ਵਿੱਚ ਗੁਰੂ ਦੀ ਬਾਣੀ, ਗੁਰੂ ਦੀ ਸਿੱਖਿਆ ਚਲੇ ਗਈ ਨਾ, ਤੇਰਾ ਜਿਹੜਾ ਹਿਰਦਾ ਰੂਪੀ ਕੌਲ ਹੈ ਵਿਗਾਸ ਵਿੱਚ ਰਹੇਗਾ। ਪਾਣੀ ਮੁੱਕ ਜਾਵੇ ਤੇ ਕੌਲ ਫੁੱਲ ਵੀ ਮੁਰਝਾ ਜਾਂਦਾ ਹੈ, ਪੱਤੀਆਂ ਸੁੱਕ ਜਾਂਦੀਆਂ ਨੇ, ਸੜ ਤੇ ਗਲ ਜਾਂਦਾ ਹੈ, ਉਹਦੀ ਹੋਂਦ ਮਿਟ ਜਾਂਦੀ ਹੈ। ਬੰਦਿਆ, ਜੇ ਤੇਰੇ ਅੰਦਰੋਂ ਵੀ ਗੁਰੂ ਕੀ ਬਾਣੀ ਚਲੇ ਗਈ, ਤੇਰੇ ਵੀ ਹੋਂਦ ਮਿਟ ਜਾਏਗੀ। ਤੁਸੀਂ ਕਹੋਗੇ ਜਿਹੜੇ ਬਾਣੀ ਨਹੀਂ ਪੜ੍ਹਦੇ ਉਹਨਾਂ ਦੀ ਹੋਂਦ ਮਿਟ ਜਾਂਦੀ ਹੈ? ਤੁਰੀਆਂ ਫਿਰੀਆਂ ਲਾਸ਼ਾਂ ਜ਼ਰੂਰ ਨੇ, ਜ਼ਮੀਰ ਕਰਕੇ ਉਹ ਮਰ ਜਾਂਦੇ, ਸਰੀਰ ਕਰਕੇ ਜ਼ਰੂਰ ਹੁੰਦੇ ਨੇ, ਪਰ ਜ਼ਮੀਰ ਕਰਕੇ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਰ ਜਾਂਦੇ ਨੇ। ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਚਰਨ ਕਵਲ ਰਿਦ ਅੰਤਰ ਧਾਰੇ। ਰਿਦ ਹਿਰਦੇ ਦੇ ਅੰਦਰ, ਧਾਰੇ ਤੋਂ ਭਾਵ ਹੈ ਗੁਰੂ ਦਾ ਉਪਦੇਸ਼ ਅੰਦਰ ਟਕਾਲ ਹੈ। ਆਪਣੇ ਘਰ ਥਾਂ ਦੇ, ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਸ ਨੂੰ ਗੁਰੂ ਦੇ ਉਪਦੇਸ਼, ਗੁਰੂ ਦੀ ਸਿੱਖਿਆ ਨੂੰ ਥਾਂ ਦੇ। ਜਿਵੇਂ ਕਿਸੇ ਗੰਦੇ ਬੋਲਾਂ ਨੂੰ ਤਾਂ ਆਪਣੇ ਅੰਦਰ ਥਾਂ ਦੇ ਦੇਣਾ ਨਾ, ਨਿੱਕੇ ਨਿੱਕੇ ਨਿਆਣੇ ਗੰਦੇ ਬੋਲਾਂ ਨੂੰ ਉਸੇ ਵੇਲੇ ਐਕਸੈਪਟ ਕਰਦੇ ਨੇ, ਉਸੇ ਵੇਲੇ ਹਿਰਦੇ ਵਿੱਚ ਵਸਾ ਲੈਂਦੇ ਨੇ, ਤੇ ਫਿਰ ਮੂੰਹ ਚੋਂ ਬੋਲਣ ਲੱਗ ਪੈਂਦੇ ਨੇ। ਕਦੀ ਬੰਦਿਆ, ਤੂੰ ਗੁਰੂ ਦੇ ਸ਼ਬਦ ਨੂੰ ਵੀ ਆਪਣੇ ਹਿਰਦੇ ਅੰਦਰ ਥਾਂ ਦੇ, ਤੇ ਫਿਰ ਤੁਰਿਆ ਫਿਰਦਾ ਗੁਣਗਣਾਉਂਦਾ ਫਿਰਿਆ ਕਰ। ਗੱਡੀ ਚਲਾਉਂਦਾ ਵੀ ਗੁਣਗਣਾਇਆ ਕਰ, ਗੱਡੀ ਚਲਾਉਂਦਾ ਵੀ ਜਪਜੀ ਜਾਪ ਦਾ ਪਾਠ ਕਰੀ ਜਾਇਆ ਕਰ। ਜੇ ਤੂੰ ਅੰਦਰ ਥਾਂ ਦਿੱਤੀ ਹੋਏਗੀ ਤਾਂ ਹੀ ਤੇ ਗੱਲ ਬਣੇਗੀ, ਪਰ ਇਹਦੇ ਵਾਸਤੇ ਥਾਂ ਨਹੀਂ, ਅਸੀਂ ਤਾਂ ਹੀ ਤੇ ਔਖੇ ਹੋ ਰਹੇ ਹਾਂ। ਮੇਰੇ ਸਾਹਿਬ ਜੀ ਕਹਿੰਦੇ ਨੇ, ਆਗਨ ਸਾਗਰ ਗੁਰ ਪਾਰ ਉਤਾਰੇ। ਅਗਨ, ਤ੍ਰਿਸ਼ਨਾ ਦੀ ਅੱਗ, ਬੜਵਾ ਅੱਗ, ਹਿੰਸਾ ਅੱਗ, ਮੋਹ ਦੀ ਅੱਗ, ਲੋਭ ਦੀ ਅੱਗ, ਗੁੱਸਾ, ਇਹ ਸਾਰੀਆਂ ਬੰਦੇ ਵਿੱਚ ਅੱਗਾਂ ਬਲਦੀਆਂ ਪਈਆਂ ਨੇ। ਤੇ ਜਿੱਥੇ ਇੱਕ ਅੱਗ ਬਲਦੀ ਹੋਵੇ ਉਹ ਤੇ ਲੋਹ ਕੇ ਰੱਖ ਦਿੰਦੀ ਹੈ, ਸਾੜ ਕੇ ਰੱਖ ਦਿੰਦੀ ਹੈ, ਤੇ ਜਿੱਥੇ ਇੰਨੀਆਂ ਅੱਗਾਂ ਬਲਦੀਆਂ ਹੋਣ ਉੱਥੇ ਕੀ ਹੋਵੇਗਾ? ਹੇ ਕਲ ਮੂਲ ਕ੍ਰੋਧੰ ਕਦੰਚ ਕਰਨਾ ਨਾ ਉਪਰਜਤੇ। ਹੇ ਕਲ ਮੂਲ ਕ੍ਰੋਧੰ, ਕ੍ਰੋਧੰ ਤੋਂ ਭਾਵ ਹੈ ਕ੍ਰੋਧ। ਕ੍ਰੋਧ ਜਿਹੜਾ ਹੈ ਨਾ ਕਲਾ ਦੀ ਜੜ ਹੈ। ਕ੍ਰੋਧ ਜਿਹੜਾ ਹੈ ਹਮੇਸ਼ਾ ਕਲੇਸ਼ ਦੀ ਜੜ ਹੈ, ਤੇ ਜਿਹਦੇ ਅੰਦਰ ਕ੍ਰੋਧ ਹੋਵੇ, ਕਦੰਚ, ਕਦੰਚ ਤੋਂ ਭਾਵ ਹੈ ਕਦੇ ਵੀ ਉਹਦੇ ਅੰਦਰ ਕਰੁਣਾ ਨਾ ਉਪਰਜਤੇ, ਤਰਸ ਨਹੀਂ ਆਉਂਦਾ, ਉਹਦਾ ਹਿਰਦਾ ਜਿਹੜਾ ਨਰਦਈ ਬਣਿਆ ਰਹਿੰਦਾ ਹੈ। ਮੇਰੇ ਸਾਹਿਬ ਜੀ ਕਹਿੰਦੇ ਨੇ, ਅਗਨ ਸਾਗਰ ਗੁਰ ਪਾਰ ਉਤਾਰੇ। ਗੁਰੂ ਨੇ ਕੀਤਾ ਕੀ? ਇਹ ਸਾਰੀ ਅੱਗ ਦੇ ਭਾਂਬੜ ਦੇ ਵਿੱਚੋਂ ਕੱਢ ਲਿਆ, ਹੱਥ ਫੜ ਕੇ ਬਾਹਰ ਕੱਢ ਲਿਆ। ਬਾਂਹ ਫੜ ਕੇ ਗੁਰੂ ਜਦੋਂ ਵੇਖਦਾ ਹੈ ਨਾ ਵੀ ਸੜ ਨਾ ਜਾਏ, ਜਿਵੇਂ ਬੱਚਾ ਇੱਧਰ ਉੱਧਰ ਭਜਦਾ ਤੇ ਨਿਆਣਾ ਨੂੰ ਪਤਾ ਨਹੀਂ ਹੁੰਦਾ, ਤੇ ਸਿਆਣਾ ਕਹਿੰਦਾ ਬਾਂਹ ਫੜ ਕਿਤੇ ਡਿੱਗ ਨਾ ਪਏ। ਨਾਲ ਹੀ ਡਿੱਗਿਆ ਨਹੀਂ ਤੇ ਗਿਆ ਨਹੀਂ, ਇਹਨੇ ਲੱਭਣਾ ਹੀ ਕੋਈ ਨਹੀਂ, ਫਿਰ ਬਾਂਹ ਫੜ ਲੈਂਦਾ। ਜਦੋਂ ਤੂੰ ਗੁਰੂ ਦਾ ਹੋ ਜਾਏਗਾ ਬੰਦਿਆ, ਗੁਰੂ ਤੇਰੀ ਬਾਂਹ ਫੜ ਲਏਗਾ। ਬੋੜਤ ਜਾਤ ਪੁਰੈ ਗੁਰ ਕਾਢੇ, ਫਿਰ ਡੁੱਬਦਿਆਂ ਹੋਇਆਂ ਨੂੰ ਕੱਢ ਲਏਗਾ। ਜਨਮ ਜਨਮ ਕੇ ਟੂਟੇ ਗਾਡੇ, ਜਨਮਾਂ ਜਨਮਾਂਤਰੀਆਂ ਨੂੰ ਵਿਛੜਿਆਂ ਹੋਇਆਂ ਨੂੰ ਮਿਲਾ ਦੇਗਾ। ਕਹੋ ਨਾਨਕ ਤਿਸ ਗੁਰ ਬਲਿਹਾਰੀ। हे ਨਾਨਕ ਆਖ, ਮੈਂ ਉਸ ਗੁਰੂ ਤੋਂ ਬਲਿਹਾਰ ਜਾਵਾਂ, ਸਦਕੇ ਜਾਵਾਂ, ਜਿਸ ਭੇਟਤ ਗਤ ਭਈ ਹਮਾਰੀ। ਜਿਸ ਨੂੰ ਮਿਲਦਿਆਂ, ਗਤ ਤੋਂ ਭਾਵ ਹੈ ਆਤਮਕ ਸੁੱਖ ਮਿਲ ਜਾਵੇ। ਤਨ ਦੇ ਸੁੱਖ ਤੇ ਸਾਰਿਆਂ ਦੇ ਕੋਲ ਹੈਗੇ ਨੇ, ਬਹੁਤਾਤ ਗਿਣਤੀ ਹੈ, ਪਰ ਮਨ ਦਾ ਸੁੱਖ ਕਿਸੇ ਵਿਰਲੇ ਕੋਲ ਹੁੰਦਾ ਹੈ। ਜੇ ਗੁਰੂ ਕਿਰਪਾ ਕਰੇ ਤੇ ਮਹਿਰਾਮਤ ਕਰੇ ਤੇ ਫਿਰ ਮਨ ਦਾ ਸੁੱਖ ਮਿਲ ਜਾਂਦਾ ਹੈ। ਮਨ ਦਾ ਸੁੱਖ ਤਾਂ ਮਿਲਦਾ ਹੈ ਜਦੋਂ ਸਾਡੇ ਅੰਦਰੋਂ ਭੈ ਨਿਕਲ ਜਾਏਗਾ
ਭੈ ਤਾਂ ਨਿਕਲੇਗਾ ਜਦੋਂ ਅਸੀਂ ਨਿਰਭਉ ਨਾਲ ਜੁੜਾਂਗੇ। ਨਿਰਭਉ ਨਾਲ ਤਾਂ ਜੁੜਿਆ ਜਾ ਸਕਦਾ ਹੈ ਜਦੋਂ ਅਸੀਂ ਸਾਧ ਸੰਗ ਕਰਾਂਗੇ, ਸਾਧ ਸੰਗਤ ਦੇ ਵਿੱਚ ਆਵਾਂਗੇ। ਅੱਜ ਦਾ ਸ਼ਬਦ ਗੁਰੂ ਦਾ ਸਾਨੂੰ ਆ ਸਮਝਾ ਰਿਹਾ ਹੈ। ਗੁਰੂ ਕਿਰਪਾ ਕਰੇ ਇਹ ਸ਼ਬਦ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।